29 ਤਰੀਕ ਨੂੰ ਸੰਸਦ ਦੇ ਵਿੱਚ ਬਿੱਲ ਰੱਦ ਹੋਣ ਦੀ ਉਮੀਦ ਹੈ। ਸੋ 29 ਤਰੀਕ ਕਿਸਾਨਾਂ ਦੇ ਲਈ ਇੱਕ ਹੋਰ ਆਸ ਜਿਹੜੀ ਆ ਉਹ ਲੈ ਕੇ ਬੈਠੀ ਹੋਈ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਐਲਾਨ ਹੋ ਚੁੱਕਿਆ ਹੈ। ਸੋ ਕਾਗਜ਼ੀ ਕਾਰਵਾਈ ਜਿਹੜੀ ਉਹ ਹੋਣੀ ਬਾਕੀ ਹੈ। ਸੋ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਡੱਲੇਵਾਲ ਨੂੰ ਕਿ 29 ਤਰੀਕ ਤੋਂ ਬਾਅਦ ਕੀ ਹਾਲਾਤ ਹੋਣਗੇ ਮੋਰਚੇ ਦੇ, ਮੋਰਚਾ ਕਿੱਧਰ ਨੂੰ ਜਾਵੇਗਾ, MSP ਦੀ ਲੜਾਈ ਦੇ ਉੱਪਰ ਜੇ ਕਾਨੂੰਨ ਕੋਈ ਬਣਦਾ ਹੈ ਤਾਂ ਮੋਰਚਾ ਜਾਂਦਾ ਹੈ ਜਾਂ ਅੱਗੇ ਹੋਰ ਲੜਿਆ ਜਾਣਾ। ਸੋ ਡੱਲੇਵਾਲ ਸਾਹਿਬ ਤੋਂ ਜਾਣਦੇ ਹਾਂ ਜੀ। ਡੱਲੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ KTV 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਮਿਹਰਬਾਨੀ, ਧੰਨਵਾਦ ਜੀ ਆਪ ਜੀ ਦੇ ਚੈਨਲ ਦਾ ਤੇ ਆਪ ਜੀ ਦੇ ਸਰੋਤਿਆਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਚੈਨਲ ਦੇ ਥਰੀਏ ਮੈਨੂੰ ਉਹਨਾਂ ਵੀਰਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ-ਬਹੁਤ ਧੰਨਵਾਦ ਕਰਦਾ। ਡੱਲੇਵਾਲ ਸਾਹਿਬ, MSP ਦਾ ਮੁੱਦਾ ਜਿਹੜਾ ਆ ਉਹ ਹੁਣ ਲਮਕ ਰਿਹਾ ਆ, ਕਿਉਂਕਿ ਸਰਕਾਰ ਨੇ ਕਮੇਟੀ ਦਾ ਐਲਾਨ ਕਰ ਦਿੱਤਾ। ਜੀ ਉਹਦੇ ਤੇ ਕੋਈ ਦੱਸਿਆ ਨਹੀਂ ਗਿਆ ਕੌਣ ਕਮੇਟੀ ਵਿੱਚ ਹੋਏਗਾ, ਕਿਸ ਤਰੀਕੇ ਦੇ ਨਾਲ MSP ਦੀ ਗਰੰਟੀ ਦਿੱਤੀ ਜਾਣੀ ਹੈ। ਸੋ ਇਹ ਅਜੇ ਭੇਤ ਬਣਿਆ ਹੋਇਆ ਹੈ। 29 ਤਰੀਕ ਨੂੰ ਲਗਭਗ 3 ਖੇਤੀ ਕਾਨੂੰਨਾਂ ਦਾ ਸੰਸਦ ਦੇ ਵਿੱਚ ਰੱਦ ਹੋਣਾ ਤੈਅ ਹੈ। ਜੋ ਰੱਦ ਹੋ ਜਾਂਦੇ ਨੇ, MSP ਦੇ ਉੱਪਰ ਕਮੇਟੀ ਬਣ ਜਾਂਦੀ ਹੈ, ਫਿਰ ਅਗਲੀ ਰਣਨੀਤੀ ਕੀ ਹੋਊਗੀ? ਦੇਖੋ, ਜਿਸ ਦਿਨ ਇਹ ਅਨਾਉਂਸਮੈਂਟ ਹੋਈ ਸੀ, ਮੈਂ ਉਸ ਦਿਨ ਵੀ ਮੇਰੀ ਪਹਿਲੀ ਇੰਟਰਵਿਊ ਜਦੋਂ ਹੁੰਦੀ ਹੈ, ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਅਸੀਂ ਇਕੱਲੇ 3 ਕਾਨੂੰਨਾਂ ਦੀ ਲੜਾਈ ਲੜਨ ਵਾਸਤੇ ਨਹੀਂ ਆਏ, ਅਸੀਂ MSP ਦੀ ਗਰੰਟੀ ਲੈਣ ਵਾਸਤੇ ਵੀ ਆਏ ਹਾਂ। ਅਸੀਂ ਜਦੋਂ 3 ਕਾਨੂੰਨਾਂ ਦੀ ਲੜਾਈ ਲੜ ਰਹੇ ਸੀਗੇ ਨਾ, ਤਾਂ ਉਹਦੇ ਵਿੱਚੋਂ ਵੀ ਸਾਡੀ ਗੱਲ ਇਹ ਸੀ ਕਿ ਪਹਿਲਾਂ ਸਰਕਾਰੀ ਮੰਡੀ ਖਤਮ ਕਰਨਗੇ, ਫਿਰ ਉਹਦੇ ਵਿੱਚੋਂ FCI ਨੂੰ ਤੋੜਨਗੇ ਤੇ FCI ਤੋੜ ਕੇ ਫਿਰ MSP ਆਪਣੇ ਆਪ ਮਤਲਬ ਇੱਕ ਟੇਢੇ ਢੰਗ ਨਾਲ ਕਿਸਾਨਾਂ ਦੇ ਹੱਥੋਂ ਖੋਣਗੇ। ਇਹ ਉਹਨਾਂ ਦੀ ਪਾਲਿਸੀ ਸੀ। ਅੱਜ ਕੀ ਹੈ ਜੀ ਗੱਲ ਕਿ MSP ਦੇ ਮੁੱਦੇ ਦੇ ਉੱਤੇ ਸਾਨੂੰ ਸਾਡੀ ਸਰਕਾਰ ਨੇ MSP ਦੇਣ ਦੀ ਜਿਹੜੀ ਗੱਲ ਹੈ, ਉਹਦੇ ਤੇ ਸਰਕਾਰ ਕਿਉਂ ਜਿਹੜੀ ਕਮੇਟੀ ਦੀ ਗੱਲ ਕਰਦੀ ਹੈ, ਅਗਰ ਉਹ ਕਮੇਟੀ ਨੂੰ ਸਾਡੀ ਪਾਰਲੀਮੈਂਟ ਦੇ ਵਿੱਚ ਨੋਟੀਫਾਈ ਕਰ ਦਿੰਦੀ ਹੈ ਤਾਂ ਉਹ ਇੱਕ ਕਾਨੂੰਨੀ ਪ੍ਰਕਿਰਿਆ 'ਚ ਪੈਂਦੀ ਹੈ ਗੱਲ। ਅਗਰ ਉੱਥੇ ਨਹੀਂ ਜਾਂਦੀ ਸਰਕਾਰ ਤੇ ਇਹਦਾ ਮਤਲਬ ਸਰਕਾਰ ਦੀ ਕਿਤੇ ਨਾ ਕਿਤੇ ਬਦਨੀਅਤ ਹੈ। ਹੁਣ ਜਿਹੜੀ ਗੱਲ ਬਦਨੀਅਤ ਤੋਂ ਅਸੀਂ ਡਰਦੇ ਲੜ ਰਹੇ ਹਾਂ, ਉਹ ਇਹੀ ਗੱਲ ਹੈ ਕਿ ਬਹੁਤ ਗੰਭੀਰਤਾ ਨਾਲ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਜਨਰਲ ਐਗਰੀਮੈਂਟ ਔਨ ਟ੍ਰੇਡ ਆਫ ਟੈਰਿਫ 1994 ਦੇ ਵਿੱਚ ਹੋਇਆ ਭਾਰਤ ਦੇ ਨਾਲ, ਉਹਦੇ ਵਿੱਚ ਬੜਾ ਕਲੀਅਰ ਹੈ ਕਿ ਭਾਰਤ ਦੇ ਅੰਦਰ ਕਿਸਾਨਾਂ ਨੂੰ MSP ਦੇਣੀ ਬੰਦ ਕਰੇਗਾ ਭਾਰਤ। ਹੁਣ ਇਹ ਉਸੇ ਦੇ ਉੱਤੇ ਕੰਮ ਹੋ ਰਿਹਾ ਹੈ। ਹਰ ਵਾਰ ਪਿਛਲੇ ਤੁਸੀਂ ਸ਼ਾਂਤਾ ਕੁਮਾਰ ਦੀ ਕਮੇਟੀ ਦੀ ਰਿਪੋਰਟ ਚੱਕ ਲਓ, ਉਹਦੇ 'ਚ ਵੀ ਕਿਹਾ ਵੀ ਮਤਲਬ ਭਾਰਤ ਕੋਲ ਅਨਾਜ ਬਹੁਤ ਆ ਜੀ, ਇਹਨੂੰ ਬੰਦ ਕਰੋ, ਪੰਜਾਬ ਦੇ ਵਿੱਚੋਂ ਅਨਾਜ ਖਰੀਦਣਾ ਬੰਦ ਕਰੋ। ਤੋ ਇਸੇ ਤਰ੍ਹਾਂ ਦੀਆਂ ਹੋਰ ਰਿਪੋਰਟਾਂ ਬਹੁਤ ਪਈਆਂ ਨੇ। ਤੋ ਜਿਹੜੀ ਗੱਲ ਪੰਜਾਬ ਵਾਲੇ ਅੱਜ ਇਹ ਕਹਿ ਰਹੇ ਨੇ ਸਾਡੇ ਵੀਰ ਕਿ ਪੰਜਾਬ ਨੂੰ ਤਾਂ MSP ਮਿਲ ਰਹੀ ਹੈ, ਨਹੀਂ, ਇਹਨੂੰ ਤੁਸੀਂ ਅਗਰ ਲੜਾਈ ਨੂੰ ਕਮਜ਼ੋਰ ਕਰ ਗਏ ਨਾ ਤਾਂ MSP WTO ਦੇ ਦਬਾਅ ਥੱਲੇ, ਗੈਟ ਦੇ ਦਬਾਅ ਥੱਲੇ MSP ਤੋਂ ਭਾਰਤ ਨੇ, ਸਰਕਾਰ ਨੇ ਭੱਜਣਾ ਹੈ। ਔਰ ਅੱਜ ਜੇ ਅਸੀਂ MSP ਦੀ ਗਰੰਟੀ ਦਾ ਕਾਨੂੰਨ ਬਣਾਉਣੇ ਆ ਤਾਂ ਦੇਸ਼ ਦੇ ਅੰਦਰ MSP ਦੀ ਗਰੰਟੀ ਦਾ ਕਾਨੂੰਨ ਬਣਨ ਦੇ ਨਾਲ ਕਿਸਾਨ ਨੂੰ MSP ਦੇ ਉੱਤੇ ਫਸਲ ਵਿਕਦੇ ਰਹਿਣ ਦੀ ਗੁੰਜਾਇਸ਼ ਰਹੇਗੀ। ਕੁਝ ਵੀਰਾਂ ਦੇ ਵਿਚਾਰ ਨੇ, ਆਉਂਦੇ ਨੇ ਸਾਡੇ ਕੋਲੇ ਕਿ ਜੀ ਜੇਕਰ MSP ਦੀ ਗਰੰਟੀ ਦੀ ਤੁਸੀਂ ਗੱਲ ਕਰਦੇ ਹੋ ਹੁੰਦੀ ਹੈ ਤਾਂ ਬਾਹਰਲੀਆਂ ਸਟੇਟਾਂ ਤੋਂ ਅਨਾਜ ਜ਼ਿਆਦਾ ਖਰੀਦ ਲੈਣਗੇ। ਹੁਣ ਉਹਨਾਂ ਵਿਚਾਰੇ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਜੋ ਕੇਂਦਰ ਦਾ ਵਤੀਰਾ ਰਿਹਾ ਹੈ, ਕਦੇ ਵੀ ਕੇਂਦਰ ਨੇ ਪੰਜਾਬ ਨਾਲ ਇਨਸਾਫ ਕੀਤਾ ਨਹੀਂ ਕੀਤਾ। ਜਿੰਨਾ ਚਿਰ ਲੋੜ ਸੀ ਪੰਜਾਬ ਦੇ ਵਿੱਚੋਂ ਅਨਾਜ ਪੈਦਾ ਕਰਵਾਇਆ ਔਰ ਉਹਦੀ MSP ਵੀ ਦਿੱਤੀ। ਹੁਣ ਜਦੋਂ ਪਤਾ ਲੱਗ ਗਿਆ ਕਿ ਬਾਹਰ ਅਨਾਜ ਪੈਦਾ ਹੋਣਾ ਸ਼ੁਰੂ ਹੋ ਗਿਆ ਤਾਂ ਅੱਜ ਮਤਲਬ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ। ਸ਼ਾਂਤਾ ਕੁਮਾਰ ਵੀ ਕਹਿ ਗਿਆ ਕਿ ਪੰਜਾਬ 'ਚੋਂ ਘੱਟ ਕਰ ਦਿਓ। ਹੁਣ ਜਿਹੜੀ ਹੁਣੇ ਤਾਜ਼ੀ ਗੱਲ ਆਈ ਐਤਕੀ ਝੋਨੇ ਵੇਲੇ, ਕਹੇ ਜੀ ਅਸੀਂ 25 ਕੁਇੰਟਲ ਤੱਕ ਝੋਨਾ ਏਕੜ ਦਾ ਖਰੀਦਾਂਗੇ, ਬਾਕੀ ਨੂੰ ਅਸੀਂ ਛੱਡਾਂਗੇ। ਹੁਣ ਸਵਾਲ ਇਹ ਹੈ ਕਿ 25 ਕੁਇੰਟਲ ਖਰੀਦ ਲਿਆ, ਕਿਸਾਨ ਦਾ ਝੜ ਗਿਆ 35 ਕੁਇੰਟਲ, ਉੱਪਰਲੇ 10 ਕੁਇੰਟਲ ਦੀ ਕਿੱਥੇ ਹੈ ਜੀ MSP? ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ 'ਚ MSP ਮਿਲਦੀ ਹੈ, ਉਹ ਇਸ ਗੱਲ 'ਤੇ ਵਿਚਾਰ ਕਰਨ ਕਿ ਉੱਪਰਲੇ 10 ਕੁਇੰਟਲ ਦੀ MSP ਕਿਸਾਨ ਦੀ ਕਿੱਧਰ ਗਈ। ਐਤਕੀ 10 ਕੁਇੰਟਲ ਦੀ ਗਵਾਚ ਗਈ, ਅਗਰ ਅਗਲੀ ਵਾਰ ਨੂੰ 25 ਕੁਇੰਟਲ ਤੱਕ ਖਰੀਦਣਗੇ, 5 ਕੁਇੰਟਲ ਦੀ ਹੋਰ ਗਵਾਚ ਜਾਏਗੀ। ਮੈਂ ਇੱਕ ਕਿਸਾਨ ਤੋਂ ਇਹ ਵੀ ਸੁਣਿਆ ਹੈ ਕਿ ਅਕਾਊਂਟ 'ਚ ਪੈਸੇ ਆ ਗਏ ਜਿੰਨੀ ਉਹਦੀ ਫਸਲ ਸੀਗੀ, ਤੇ ਉੱਥੇ ਬੈਂਕ ਨੇ ਇਹ ਵੀ ਕਹਿ ਦਿੱਤਾ ਉਹਨੂੰ ਕਿ ਤੇਰੇ ਪੈਸੇ ਜਿਹੜੇ ਨੇ ਤੇਰੀ ਫਸਲ ਤੋਂ ਜ਼ਿਆਦਾ ਨਹੀਂ। ਚਲੋ ਇਹ ਤੇ ਮਤਲਬ ਉਹਦਾ ਨਾ ਜਾਂਚ ਦਾ ਵਿਸ਼ਾ ਹੈ, ਪੜਤਾਲਾਂ ਦਾ ਵਿਸ਼ਾ ਹੈ, ਕਿਉਂ ਹੈ, ਕੀ ਗੱਲ ਹੈ। ਇਹ ਹੋਇਆ ਹੋਏਗਾ ਮੈਨੂੰ ਪਤਾ ਹੈ, ਕਿਉਂਕਿ ਬਾਹਰ ਤੋਂ ਅਨਾਜ ਜਿਹੜਾ ਆੜ੍ਹਤੀਆਂ ਨੇ ਲਿਆ ਕੇ ਇੱਥੇ ਵੇਚਿਆ ਹੈ, ਉਹ ਕਿਸੇ ਨਾ ਕਿਸੇ ਕਿਸਾਨ ਦੇ ਨਾਂ 'ਤੇ ਵੇਚਿਆ ਹੈ ਤੇ ਉਹ ਸੁਭਾਵਿਕ ਸੀ ਗੱਲ ਕਿ ਉਹ ਹੋਣਾ ਹੀ ਸੀ ਗੱਲ। ਹੁਣ ਸਵਾਲ ਇਸ ਗੱਲ ਦਾ ਸਭ ਤੋਂ ਵੱਡਾ ਜਿਹੜਾ
ਕਿ ਸਾਨੂੰ ਐਮਐਸਪੀ ਦੀ ਲੜਾਈ ਅੱਜ ਬਹੁਤ ਅਹਿਮੀਅਤ ਰੱਖਦੀ ਆ। ਜਿਹੜੀ ਕਾਨੂੰਨਾਂ ਦੇ ਪਿੱਛੇ ਲੜੇ ਅਸੀਂ, ਜ਼ਮੀਨ ਬਚਾਉਣ ਪਿੱਛੇ ਲੜੇ ਆ ਕਿ ਸਾਡੀ ਐਮਐਸਪੀ ਨਾ ਜਾਵੇ, ਸਾਨੂੰ ਭਾਅ ਪੂਰਾ ਮਿਲਦਾ ਰਹੇ, ਉਹ ਵਿੰਗੇ ਟੇਢੇ ਢੰਗ ਦੇ ਨਾਲ ਥੋੜ੍ਹੀ ਥੋੜ੍ਹੀ ਕਰਕੇ ਘਟਾ ਕੇ ਇਸ ਤਰੀਕੇ ਦੇ ਨਾਲ ਸਾਡੀ ਐਮਐਸਪੀ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਸਾਨੂੰ ਐਮਐਸਪੀ ਦੀ ਗਰੰਟੀ ਦਾ ਅਗਰ ਕਾਨੂੰਨ ਬਣਦਾ ਹੈ ਤਾਂ ਅੰਦਾਜ਼ੋ ਕਾਨੂੰਨ ਕੇਵਲ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਜਾਂ ਹਰਿਆਣਾ ਲਈ ਤਾਂ ਨਹੀਂ ਨਾ ਬਣੇਗਾ, ਉਹ ਪੂਰੇ ਭਾਰਤ ਲਈ ਬਣੇਗਾ। ਉਹ ਅਗਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਦਾ ਹੈ ਤਾਂ ਪੰਜਾਬ ਦੀ ਵੀ ਸਾਰੀ ਦੀ ਸਾਰੀ ਫਸਲਾਂ ਜਿਹੜੀਆਂ 23 ਫਸਲਾਂ ਦੇ ਉੱਤੇ ਐਮਐਸਪੀ ਹੈ। ਮੈਂ ਤਾਂ ਇਹ ਵੀ ਕਹੂੰਗਾ, ਅਸੀਂ ਤਾਂ ਸਰਕਾਰ 'ਤੇ ਵੀ ਦਬਾਅ ਬਣਾ ਰਹੇ ਹਾਂ ਕਿ 23 ਨਹੀਂ, ਟੋਟਲ ਫਸਲਾਂ ਜਿਹੜੀਆਂ ਕਿਸਾਨ ਪੈਦਾ ਕਰਦਾ ਸਾਰੀਆਂ 'ਤੇ ਐਮਐਸਪੀ ਦਿਓ। ਅਗਰ ਉਹਨੂੰ ਸਾਰੀਆਂ ਨੂੰ ਖਰੀਦਣ ਦੀ ਗਰੰਟੀ ਦਾ ਕਾਨੂੰਨ ਬਣੇ, ਇਮਾਨਦਾਰੀ ਨਾਲ ਮੈਂ ਗੱਲ ਕਰਦਾ ਕਿ ਅਗਰ ਸਾਰੀਆਂ ਫਸਲਾਂ ਨੂੰ ਖਰੀਦਣ ਦੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਡਾਇਵਰਸੀਫਿਕੇਸ਼ਨ ਵੀ ਆਏਗੀ। ਕਿਉਂ ਕਿਸਾਨ ਮਤਲਬ ਝੋਨਾ ਬੀਜੇਗਾ। ਅੱਜ ਇਹ ਕਹਿੰਦੇ ਨੇ ਜਿਹੜੇ ਵੀਰ ਕਿ ਪੰਜਾਬ 'ਚ ਐਮਐਸਪੀ ਹੈ, ਮੂੰਗੀ ਦੀ ਐਮਐਸਪੀ ਦਾ ਰੇਟ ਜੀ 7900 ਰੁਪਈਆ ਹੈ, ਔਰ ਕਿਸਾਨ ਦੀ ਮੂੰਗੀ ਵਿਕਦੀ ਹੈ 4500 ਨੂੰ ਜਾਂ 5000 ਨੂੰ। ਉਹ ਜਿਹੜਾ ਉੱਪਰਲਾ ਕਿਸਾਨ ਦਾ ਵਿਚਾਰੇ ਦਾ ਪੈਸਾ ਉੱਡਦਾ ਹੈ, ਉਹ ਕਿਉਂ ਉੱਡਦਾ ਹੈ ਜੀ? ਅਗਰ ਐਮਐਸਪੀ ਮਿਲੇ ਤਾਂ ਜਾਇਜ਼ ਰੇਟ ਮਿਲੇ। ਜਦੋਂ ਉਹਨੂੰ ਜਾਇਜ਼ ਰੇਟ ਮਿਲੇਗਾ, ਉਹਦੀ ਕੋਈ ਗਰੰਟੀ ਬਣੇਗੀ ਤਾਂ ਉਹ ਆਪਣੇ ਆਪ ਕਿਸਾਨ ਕਣਕ ਝੋਨਾ ਛੱਡ ਕੇ ਦੂਸਰੀਆਂ ਫਸਲਾਂ ਵੱਲ ਨੂੰ ਤੁਰੇਗਾ। ਤੇਲ ਬੀਜ ਦੀਆਂ ਫਸਲਾਂ ਜਿਵੇਂ ਪਈਆਂ ਨੇ, ਸੂਰਜਮੁਖੀ ਹੈ, ਸੂਰਜਮੁਖੀ ਦਾ ਰੇਟ ਨਹੀਂ ਮਿਲਿਆ, ਐਮਐਸਪੀ ਨਹੀਂ ਮਿਲੀ, ਲੋਕ ਛੱਡ ਗਏ। ਸਾਡੀ ਅੱਖਾਂ ਦੇ ਸਾਹਮਣੇ ਆ, ਅਸੀਂ ਛੋਟੇ ਹੁੰਦਿਆਂ ਦੇਖਦੇ ਰਹੇ ਆ, ਗੰਨਾ ਵੀ ਬਹੁਤ ਬੀਜਦੇ ਸੀਗੇ, ਸੂਰਜਮੁਖੀ, ਤਿਲ, ਇਹ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਸੀਗੀਆਂ। ਆਮ ਪੰਜਾਬ ਦਾ ਮਾਝਾ ਏਰੀਆ ਦੇ ਵਿੱਚ ਵੀ ਕਪਾਹ ਬੀਜੀ ਜਾਂਦੀ ਸੀਗੀ, ਪਰੰਤੂ ਹੁਣ ਉੱਥੇ ਦੇਖਦੇ ਆ ਤਾਂ ਸਿਰਫ ਕਣਕ ਜਾਂ ਝੋਨਾ, ਜਾਂ ਜਿੱਤੇ ਕੋਈ ਤੀਜੀ ਫਸਲ ਲਾਊਗਾ ਤਾਂ ਉਹ ਸਿਰਫ ਮਟਰ ਜਾਂ ਆਲੂ ਲਾਊਗਾ। ਦੇਖੋ, ਇਹ ਪੰਜਾਬ ਨੂੰ ਦੇ ਨਾਲ ਇੱਕ ਤਰ੍ਹਾਂ ਦਾ ਬੇਇਨਸਾਫੀ ਸੀ। ਸਾਰੀਆਂ ਫਸਲਾਂ ਦੇ ਉੱਤੇ ਅਗਰ ਐਮਐਸਪੀ ਹੁੰਦੀ ਤਾਂ ਉਹੀ ਪੰਜਾਬ ਦਾ ਕਲਚਰ ਕਾਇਮ ਰਹਿਣਾ ਸੀ। ਹੁਣ ਉਹਨਾਂ ਦੇ ਉੱਤੇ ਐਮਐਸਪੀ ਪੂਰੀ ਨਾ ਦੇ ਕੇ ਨਾ ਦੋ ਫਸਲਾਂ ਦੇ ਉੱਤੇ ਕੇਂਦਰਿਤ ਕਰਕੇ, ਇਹਦਾ ਮਤਲਬ ਸਰਕਾਰ ਕਣਕ ਤੇ ਝੋਨਾ ਪੈਦਾ ਕਰਵਾਉਣਾ ਚਾਹੁੰਦੀ ਸੀ, ਉਸੇ ਕਰਕੇ ਹੋਇਆ ਹੈ। ਅੱਜ ਕਿਸਾਨ ਉਹਦੇ ਤੇ ਮਤਲਬ ਉਹਨੂੰ ਅਪਣਾ ਬੈਠਾ। ਅਗਰ ਸਰਕਾਰ ਦੂਜੀਆਂ ਫਸਲਾਂ ਤੇ ਐਮਐਸਪੀ ਦੇਵੇ, ਮੈਂ ਫਿਰ ਆਪਦੀ ਗੱਲ ਦੁਹਰਾਉਣਾ ਹੈ, ਸਰਕਾਰ ਕਣਕ ਝੋਨਾ ਛੱਡ ਦੇਗਾ ਕਿਸਾਨ, ਔਰ ਉਧਰਲੇ ਪਾਸੇ ਨੂੰ ਮਤਲਬ ਆਪਣੇ ਆਪ ਨੂੰ ਮੋੜ ਲੇਗਾ। ਜਿੰਨਾ ਚਿਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ, ਉਹਨਾਂ ਚਿਰ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਘਾਤਕ ਹੈ ਇਹ ਪਾਲਿਸੀ। ਉਹਦੇ ਲਈ ਕਿਸਾਨਾਂ ਨੂੰ ਲੜਨ ਦੀ ਅੱਜ ਬਹੁਤ ਲੋੜ ਹੈ। ਯਾਨੀ ਕਿ ਜੇ 29 ਨੂੰ ਕਮੇਟੀ ਨਹੀਂ ਬਣਦੀ ਹੈਗੀ, ਕੋਈ ਨੋਟੀਫਿਕੇਸ਼ਨ ਜਿਹੜਾ ਆ ਉਹ ਸੰਸਦ 'ਚ ਜਾਰੀ ਨਹੀਂ ਕੀਤਾ ਜਾਂਦਾ, ਤਾਂ ਫਿਰ ਕਿਸਾਨ ਇੱਥੇ ਬਹਿਣਗੇ। ਦੇਖੋ, ਪੰਜਾਬ ਲਈ ਮੈਂ ਇੱਕ ਗੱਲ ਹੋਰ ਵੀ ਕਰਦਾ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਪੰਜਾਬ ਨੇ ਮੋਹਰੀ ਹੋ ਕੇ ਲੜਾਈ ਲੜੀ ਹੈ। ਮੈਂ ਦਾਅਵੇ ਨਾਲ ਗੱਲ ਕਰ ਸਕਦਾ ਕਿ ਇਹ ਸਰਕਾਰ ਦਾ ਛੜਯੰਤਰ ਹੈ। ਕੱਲੇ ਕਾਨੂੰਨਾਂ ਨੂੰ ਪਹਿਲਾਂ ਰੱਦ ਕਰਕੇ ਔਰ ਐਮਐਸਪੀ ਨੂੰ ਛੱਡਤਾ। ਭਾਵ ਉਹਨਾਂ ਦਾ ਇਹ ਸੀਗਾ ਕਿ ਪੰਜਾਬ ਨੂੰ ਦੇਸ਼ ਦੇ ਨਾਲੋਂ ਫਿਰ ਨਿਖੇੜ ਦਈਏ। ਇੱਥੇ ਪੰਜਾਬ ਨੂੰ ਸਮਝਣ ਦੀ ਲੋੜ ਹੈ ਕਿ ਦੇਸ਼ ਨਾਲੋਂ ਨਿਖੜਨਾ ਨਹੀਂ, ਕਿਉਂਕਿ ਮੈਨੂੰ ਯਕੀਨ ਹੈ ਕਿ ਜਿਹੜੇ ਕਾਨੂੰਨ ਆਏ ਸੀ ਇਹ ਗੈਟ ਦੇ ਥਰੂ ਆਏ ਸੀ, ਗੈਟ ਦੀ ਨੀਅਤ ਨਾਲ ਆਏ ਸੀ, ਔਰ ਉਹ ਗੈਟ ਜਿਉਂਦਾ ਹੈ, ਹਜੇ ਉਵੇਂ ਖੜਾ ਹੈ, ਉਹਦਾ ਪ੍ਰੈਸ਼ਰ ਉਵੇਂ ਹੀ ਹੈ। ਇਹ ਕਾਨੂੰਨ ਦੁਬਾਰਾ ਫਿਰ ਆਉਣਗੇ। ਅਗਰ ਅਸੀਂ ਅੱਜ ਪੂਰੇ ਦੇਸ਼ ਦੇ ਨਾਲੋਂ ਨਿਖੜ ਗਏ ਤਾਂ ਕੱਲ ਨੂੰ ਸਾਨੂੰ ਪੂਰੇ ਦੇਸ਼ ਦੇ ਨਾਲ ਖੜ ਕੇ ਉਹਨਾਂ ਦਾ ਸਮਰਥਨ ਲੈਣਾ ਬੜਾ ਮੁਸ਼ਕਲ ਹੋਏਗਾ। ਔਰ ਦੂਸਰੀ ਗੱਲ ਹੈ ਕਿ ਪੰਜਾਬੀਆਂ ਨੇ ਅੰਦੋਲਨ ਦੇ ਮੋਹਰੀ ਹੋਣ ਦਾ ਮਾਣ ਹਾਸਲ ਕੀਤਾ ਹੈ, ਔਰ ਪੰਜਾਬੀਆਂ ਨੂੰ ਲੋਕ ਸਲੂਟਾਂ ਕਰਦੇ ਨੇ, ਸਲਾਮਾਂ ਕਰਦੇ ਨੇ। ਹੁਣ ਜਿਹੜੇ ਲੋਕਾਂ ਨੇ ਇਹ ਕਹਿੰਦੇ ਨੇ ਵੀ ਸਰਦਾਰਾਂ ਨੇ ਮੋਹਰੀ ਲੋਕ ਲੜਾਈ ਲੜਤੀ, ਇਹ ਜੇ ਪੰਜਾਬ ਲੜਿਆ ਤੇ ਤਾਂ ਨਹੀਂ ਨਾ ਵੀ ਦੂਜੀਆਂ ਸਟੇਟਾਂ ਮੰਨਦੀਆਂ ਨਹੀਂ। ਦੂਜੀਆਂ ਸਟੇਟਾਂ ਮੰਨ ਵੀ ਰਹੀਆਂ ਨਾ ਕਿ ਪੰਜਾਬ ਮੋਹਰੀ ਹੋ ਕੇ ਲੜਿਆ, ਅਸੀਂ ਪੰਜਾਬ ਨੂੰ ਸਲਾਮ ਕਰਦੇ ਹਾਂ। ਹੁਣ ਜੇਕਰ ਅੱਜ ਪੰਜਾਬ ਜਰਤੀ ਭਰ ਵੀ ਪੈਰ ਪਿੱਛੇ ਖਿੱਚਦਾ ਹੈ ਤਾਂ ਸੁਭਾਵਿਕ ਹੈ ਕਿ ਤੁਸੀਂ ਫਿਰ ਆਪਣੇ ਆਪ ਸੋਚੋ ਕਿ ਉਹਨਾਂ ਸਟੇਟਾਂ ਦੇ ਵਿੱਚ ਪੰਜਾਬ ਪ੍ਰਤੀ ਕੀ ਵਿਚਾਰ ਆਏਗੀ। ਇਸ ਕਰਕੇ ਪੰਜਾਬ ਨੂੰ ਆਪਦੀ ਸਰਦਾਰੀ ਬਹਾਲ ਰੱਖਣ ਲਈ, ਆਪਦਾ ਉਹੀ ਮਾਣ, ਉਹੀ ਰੁਤਬਾ ਜਿਹੜਾ ਦੇਸ਼ ਦੀ ਆਜ਼ਾਦੀ ਲਈ ਲੜਿਆ ਇਹਨਾਂ ਨੇ, ਉਹਨੂੰ ਕਾਇਮ ਰੱਖਣ ਦੇ ਲਈ, ਔਰ ਉਹਦੇ 'ਚ ਵੀ ਲੜਿਆ ਹੈ। ਇਕੱਲਾ ਉੱਥੇ ਨਹੀਂ ਲੜਿਆ, ਇੱਥੇ ਵੀ ਮੋਹਰੀ ਹੋ ਕੇ ਲੜੇ ਨੇ। ਇਹ ਥੋੜ੍ਹੀ ਗੱਲ ਪਿੱਛੇ ਸਾਨੂੰ ਉਹਨਾਂ ਦਾ ਭਰਪੂਰ ਸਹਿਯੋਗ ਦੇਣਾ ਚਾਹੀਦਾ। ਔਰ ਬਾਹਰਲੀਆਂ ਸਟੇਟਾਂ ਨੂੰ ਵੀ ਮੇਰੀ ਅਪੀਲ ਹੈ ਕਿ ਤਕੜੇ ਹੋ ਕੇ ਮੈਦਾਨ 'ਚ ਆਓ, ਅੱਗੇ ਆਓ। ਹੁਣ ਬਹੁਤਾ ਪਿੱਛੇ ਨਾ ਖੜੀਏ, ਹੁਣ ਅਗਵਾਈ ਕਰਨ ਦੀ ਲੋੜ ਹੈ। ਹੁਣ ਅੱਗੇ ਆਓ, ਸਾਰੇ ਜਾਣੇ ਮੈਦਾਨ 'ਚ ਆਓ। ਤੁਹਾਡੇ ਤੇ ਕੇਸ ਪਏ ਨੇ, ਉਹਨਾਂ ਕੇਸਾਂ ਨੂੰ ਰੱਦ ਕਰਾਉਣਾ ਹੈ। ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਆਪਦੇ ਚੈਨਲ ਦੇ ਰਾਹੀਂ ਕਿ ਅਗਰ ਸਾਰੀਆਂ ਸਟੇਟਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਕੇਸ ਰੱਦ ਕਰਾਉਣੇ ਆ ਤਾਂ ਸਾਰੀਆਂ ਸਟੇਟਾਂ ਮੈਦਾਨ 'ਚ ਉਤਰੋ,
ਮੈਨੂੰ ਮਰਨਾ ਵੀ ਪਿਆ ਮਰਾਂਗੇ। ਮੈਂ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਸਾਰੀਆਂ ਸਟੇਟਾਂ ਅੱਗੇ ਆਓ, ਮਰਨ ਵਰਤ ਤੇ ਬੈਠਣ ਲਈ ਡੱਲੇ ਵਾਲ ਤਿਆਰ ਹੈ। ਜਿੰਨਾ ਚਿਰ ਸਾਡੇ ਉਹ ਕਿਸਾਨਾਂ ਦੇ ਪਰਚੇ ਜਿਹੜੇ ਹੋਏ ਮਰਨ ਵਰਤ ਜਿਹੜਾ ਆ ਉਹ ਚਲੋ ਮੈਂ ਸਿੱਧੀ ਜੀ ਗੱਲ ਕਹੂੰਗੀ ਕਿ ਸਿੱਖਾਂ ਵਿੱਚ ਉਹ ਰਵਾਇਤ ਨਹੀਂ ਬਣੀ ਹੈਗੀ ਕਿ ਮਰਨ ਵਰਤ ਰੱਖਿਆ ਜਾਏ। ਇਹ ਠੀਕ ਹੈ। ਅਸੀਂ ਕਿਉਂ ਕਹਿ ਰਹੇ ਹਾਂ ਗੱਲ ਇਹ? ਅਸੀਂ ਕਹਿ ਰਹੇ ਕਿ ਲੋਕ ਨਾ ਮਰਵਾਏ ਜਾਣ। ਅਸੀਂ ਆਗੂ ਹਾਂ, ਅਸੀਂ ਆਪਦੇ ਤਨ ਤੇ ਚੱਲ ਗਏ ਔਰ ਲੋਕ ਸ਼ਾਂਤੀ ਨਾਲ ਲੜਾਈ ਨੂੰ ਲੜਨ, ਔਰ ਅਸੀਂ ਆਪਦੇ ਤਨ ਤੇ ਚੱਲ ਗਏ। ਸਾਡੀ ਮੌਤ ਹੋਵੇ ਤੇ ਸਾਰੇ ਲੋਕਾਂ ਨੂੰ ਉਹਨਾਂ ਦੇ ਮੁਕੱਦਮੇ ਅਗਰ ਰੱਦ ਹੋ ਜਾਂਦੇ ਆ ਤੇ ਮੈਂ ਫਿਰ ਵੀ ਸਮਝੂਗਾ ਕਿ ਸਾਡਾ ਮਰਨਾ ਸਫਲ ਹੈ। ਬਿਲਕੁਲ। ਸੋ ਹਾਲਾਤ ਇਹੀ ਨੇ ਕਿ 29 ਤੋਂ ਬਾਅਦ ਸੰਘਰਸ਼ ਜਿਹੜਾ ਹੈ ਉਹ ਲਗਭਗ ਚਾਲੂ ਹੋਣ ਦੇ ਹੈਗੇ ਨੇ। ਹੁਣ ਬੀਤੇ ਦਿਨੀ ਜਿਹੜਾ ਸੀਗਾ ਇੱਕ ਐਲਾਨ ਆਇਆ ਨਰਿੰਦਰ ਤੋਮਰ ਹੋਣਾ ਦਾ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਕੰਪਨਸੇਸ਼ਨ ਸ਼ਹੀਦ ਕਿਸਾਨਾਂ ਨੂੰ ਦੇਣੀ ਹੈ ਉਹ ਰਾਜ ਸਰਕਾਰਾਂ ਦੇਣ। ਕੀ ਲੱਗਦਾ ਆ ਕਿ ਕਾਨੂੰਨ ਬਣਾਉਣ ਦੇ ਵੇਲੇ ਉਦੋਂ ਸੈਂਟਰ ਸਰਕਾਰ ਨੇ ਆਪਣੇ ਹੱਥ ਵਿੱਚ ਸਾਰਾ ਕੁਝ ਲੈ ਲਿਆ ਔਰ ਅੱਜ ਸੈਂਟਰ ਸਰਕਾਰ ਦੀ ਵਜ੍ਹਾ ਨਾਲ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਨੇ। ਸੋ ਉਹਨਾਂ ਦੇ ਲਈ ਜੋ ਵੀ ਪੈਸੇ ਦੀ ਕੋਈ ਰਾਸ਼ੀ ਦੀ ਅਨਾਉਂਸਮੈਂਟ ਹੋਣੀ ਹੈ ਉਹ ਰਾਜ ਸਰਕਾਰਾਂ ਤੇ ਭਾਰ ਕਿਉਂ? ਅਸੀਂ ਲਗਾਤਾਰ ਇਹ ਗੱਲ ਕਹਿੰਦੇ ਆਏ ਹਾਂ ਕਿ ਐਗਰੀਕਲਚਰ ਆ ਜਿਹੜੀ, ਇਹਦੀ ਮਾਰਕੀਟਿੰਗ ਆ ਜਿਹੜੀ, ਐਗਰੀਕਲਚਰ ਪੈਦਾ ਕਰਨੀ ਹੈ ਜਿਹੜੀ, ਇਹ ਸਟੇਟ ਦਾ ਮੈਟਰ ਹੈ, ਸਟੇਟ ਸਬਜੈਕਟ ਹੈ। ਕੇਂਦਰ ਇਹ 'ਚ ਇੰਟਰਫੀਅਰ ਨਹੀਂ ਕਰ ਸਕਦੀ, ਲੇਕਿਨ ਕੇਂਦਰ ਨੇ ਇੰਟਰਫੀਅਰ ਕੀਤਾ ਬਿੰਗੇਟਡ ਢੰਗ ਨਾਲ। ਅਗਰ ਇਹ ਕਾਨੂੰਨ ਬਣੇ ਤਾਂ ਉਹ 700 ਕਿਸਾਨਾਂ ਨੂੰ ਇੱਥੇ ਆਉਣਾ ਪਿਆ, ਉਹ ਸ਼ਹੀਦ ਹੋਏ। ਅਗਰ ਇਹ ਕਾਨੂੰਨ ਬਣੇ ਤਾਂ ਸਾਡੇ ਕਿਸਾਨਾਂ ਨੂੰ ਮਜਬੂਰੀ ਵਸ ਬੀਜੇਪੀ ਦਾ ਵਿਰੋਧ ਕਰਨਾ ਪਿਆ। ਅਗਰ ਬੀਜੇਪੀ ਦਾ ਵਿਰੋਧ ਕੀਤਾ ਤਾਂ ਲੋਕਾਂ ਦੇ ਪਰਚੇ ਦਰਜ ਹੋਏ। ਉਹ ਸਾਰਾ ਕੁਝ ਜਿਹੜਾ ਕੁਝ ਹਰ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ 'ਚ ਮੰਨਿਆ ਵੀ ਹੈ ਕਿ ਸਾਥੋਂ ਗਲਤੀ ਹੋਈ, ਅਸੀਂ ਮਾਫੀ ਮੰਗਦੇ ਹਾਂ। ਜੇ ਉਹਨਾਂ ਨੇ ਮਾਫੀ ਮੰਗ ਲਈ ਹੈ ਤਾਂ ਫਿਰ ਹੁਣ ਇਹਨੂੰ ਮਾਫੀ ਨੂੰ ਧਿਆਨ ਨਾਲ ਵਾਚਣ ਕਿ ਜੇ ਮਾਫੀ ਮੰਗੀ ਹੈ ਤੇ ਇਹਦਾ ਮਤਲਬ ਤੁਸੀਂ ਆਪਦੀ ਗਲਤੀ ਸਵੀਕਾਰੀ ਹੈ। ਤੇ ਜੇਕਰ ਤੁਸੀਂ ਆਪਦੀ ਗਲਤੀ ਸਵੀਕਾਰੀ ਹੈ ਤਾਂ ਫਿਰ ਇਹ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਕਿਵੇਂ ਹੋਵੇ। ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਪਰਚੇ ਰੱਦ ਕਰੇ ਸਰਕਾਰ। ਔਰ ਨਾਲ ਅਗਲੀ ਗੱਲ ਇਹ ਹੈ, ਹੁਣ ਲਖੀਮਪੁਰ ਦੇ ਵਿੱਚ ਐਡੀ ਘਟਨਾ ਘਟੀ ਹੈ, ਸਰਕਾਰ ਤੇ ਕਮਾਲ ਕਰ ਰਹੀ ਹੈ। ਉਹ ਅਜੇ ਮਿਸ਼ਰਾ ਟਹਿਣੀ ਦੀ ਗੰਨ ਚੱਲੀ ਸਾਬਤ ਹੋ ਗਈ। ਉਹਦਾ ਬੇਟਾ ਅੰਦਰ ਹੈ ਔਰ ਉਹਨੂੰ ਹਜੇ ਵੀ ਉਪਗ੍ਰਹਿ ਮੰਤਰੀ ਬਣਾ ਕੇ ਬਿਠਾਈ ਬੈਠੇ ਨੇ। ਇਹਦਾ ਮਤਲਬ ਸਿੱਧ ਕਰ ਰਹੇ ਨੇ ਕਿ ਅਸੀਂ ਗੁੰਡਾਗਰਦੀ ਕਰਨ ਜਾਣਦੇ ਹਾਂ, ਗੁੰਡਾਗਰਦੀ ਕਰ ਰਹੇ ਤੇ ਕਰਾਂਗੇ ਵੀ। ਇਹ ਗੁੰਡਿਆਂ ਦੀ ਸਰਕਾਰ ਵਾਲੀ ਗੱਲ ਜਿਹੜੀ ਹੈ ਨਾ ਉਹ ਤਾਂ ਮੋਹਰ ਲਾ ਰਹੇ ਨੇ। ਅਗਰ ਇਮਾਨਦਾਰ ਹੁੰਦੇ ਤਾਂ ਉਸੇ ਵੇਲੇ ਉਹਨੂੰ ਕਹਿੰਦੇ ਬਾਹਰ ਨਿਕਲਾਂ। ਕਿਸੇ ਨਾ ਕਿਤੇ ਮਤਲਬ ਲੋਕਾਂ ਦੇ ਅੰਦਰ ਉਹ ਜ਼ਖਮਾਂ ਦੇ ਉੱਤੇ ਮਲਮ ਲੱਗਣ ਵਾਲੀ ਗੱਲ ਬਣਦੀ। ਇਹ ਤਾਂ ਸਗੋਂ ਲੋਕਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕ ਰਹੇ ਨੇ ਅਜਿਹਾ ਕੁਝ ਕਰਕੇ। ਸੋ ਇਹਦੇ ਤੇ ਸਾਡਾ ਮਤਲਬ ਇਹ ਹੈ ਕਿ ਅਸੀਂ ਤਕੜੇ ਹੋ ਕੇ ਅਗਰ ਇਹਦੇ ਤੇ ਨਹੀਂ ਲੜਾਂਗੇ ਨਾ, ਅਜੇ ਮਿਸ਼ਰਾ ਟੈਣੀ ਵਰਗੇ ਯੂਪੀ ਦੇ ਵਿੱਚ ਸਾਡੇ ਲੋਕਾਂ ਦਾ ਜਿਉਣਾ ਮੁਹਾਲ ਕਰ ਦੇਣਗੇ। ਇੱਥੇ ਸਾਨੂੰ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਹੈ। MSP ਦੀ ਜਿਹੜੀ ਆਪਾਂ ਗਰੰਟੀ ਦੀ ਗੱਲ ਕਰਦੇ ਹਾਂ, MSP ਵੀ ਲੈਣੀ ਸਾਡੀ ਜਿਹੜੀ ਹੈ ਸਾਡਾ ਇੱਕ ਧਰਮ ਬਣਦਾ ਹੈ। ਉਹਨਾਂ ਨੂੰ ਇਹਨਾਂ ਨੇ ਕਹਿਤਾ ਜੀ, ਦੇਖੋ ਸਾਡੇ ਲੋਕ ਕਿੱਡੇ ਮੂਰਖ ਨੇ। ਮੈਂ ਹੈਰਾਨ ਹੋ ਗਿਆ ਸੁਣ ਕੇ। ਕੱਲ੍ਹ ਦੇ ਐਵੇਂ ਢੋਲ ਵਜਾਈ ਜਾਂਦੇ ਨੇ। ਲਓ ਜੀ ਤੋਮਰ ਨੇ ਕਹਿਤਾ ਅਸੀਂ ਕੇਸ ਵਾਪਸ ਲੈ ਲਏ। ਕਹਿਣ ਨੂੰ ਤਾਂ ਉਹ ਪਹਿਲਾਂ ਵੀ ਬਹੁਤ ਵਾਰ MSP ਤੇ ਵੀ ਬਹੁਤ ਵਾਰ ਕਹਿ ਚੁੱਕੇ ਨੇ ਕਿ ਅਸੀਂ ਵਾਪਸ ਦੇਖੋ ਬੇਟਾ, ਇਹ ਆ ਗੱਲ ਕਿ ਤੋਮਰ ਨੇ ਕਿਹਾ ਕੀ ਹੈ ਪਹਿਲਾਂ ਉਹਨੂੰ ਸਮਝੋ। ਤੋਮਰ ਇਹ ਕਹਿ ਰਿਹਾ ਹੈ ਕਿ ਜਿਹੜੇ ਕੇਸ ਨੇ ਉਹ ਸਟੇਟ ਗਵਰਨਮੈਂਟਾਂ ਵੇਖਣ, ਕਾਨੂੰਨ ਇਹ ਬਣਾਉਣ, ਸਿਆਪਾ ਇਹ ਪਾਉਣ ਸਾਰਾ, ਤੇ ਕੇਸ ਵੇਖਣ ਸਟੇਟ ਗਵਰਨਮੈਂਟਾਂ। ਕਿਉਂ ਵੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ? ਕੀ ਦੇਸ਼ ਦਾ ਗ੍ਰਹਿ ਮੰਤਰੀ ਨਹੀਂ ਕਹਿ ਸਕਦਾ, ਦੇਸ਼ ਦਾ ਮੁੱਖ ਮੰਤਰੀ ਨਹੀਂ ਕਹਿ ਸਕਦਾ ਕਿ ਜੋ ਇਸ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਸਭ ਪਰਚੇ ਰੱਦ ਇੱਕ ਹੁਕਮ ਨਾਲ ਰੱਦ ਹੋ ਸਕਦੇ ਆ? ਕਿਉਂ ਨਹੀਂ ਕਰਾਉਂਦੇ? ਦੂਜੀ ਜਿਹੜੀ ਗੱਲ ਹੈ, ਉਹਨਾਂ ਨੇ ਕਿਹਾ ਤਾਂ ਇਹ ਹੈ ਕਿ ਜੇ ਸਟੇਟ ਗਵਰਨਮੈਂਟਾਂ ਵੇਖਣ ਉਹਨਾਂ ਦੀਆਂ ਕਿੰਨਾ ਕੁ ਕੇਸ ਕਿੰਨਾ ਕੁ ਸੰਗੀਨ ਹੈ ਉਹਦੇ ਮੁਤਾਬਕ ਆਪਦਾ ਫੈਸਲਾ ਲੈਣ। ਇਹਦਾ ਮਤਲਬ ਹਜੇ ਹੁਕਮ ਸਟੇਟ ਗਵਰਨਮੈਂਟਾਂ ਨੂੰ ਵੀ ਨਹੀਂ ਕੀਤੇ। ਦੂਜੀ ਜਿਹੜੀ ਗੱਲ ਹੈ ਕੰਪਨਸੇਸ਼ਨ ਦੀ, ਤੋਂ ਵੀ ਇਹ ਗੱਲ ਭੱਜੇ। ਜਿਹੜੀ ਗੱਲ ਤੇ ਰਾਤ ਦਾ ਲੋਕਾਂ ਨੇ ਵਿਚਾਰੇ ਭੋਲੇ ਨੇ, ਉਹਨਾਂ ਨੂੰ ਨਹੀਂ ਪਤਾ ਜਾਂ ਗਲਤ ਪ੍ਰਚਾਰ ਕਰਨ ਵਾਲਿਆਂ ਨੇ ਕੀਤਾ, ਉਹਨਾਂ ਨੂੰ ਇਹ ਸਮਝ ਕਰਨੀ ਚਾਹੀਦੀ ਹੈ ਕਿ ਕਹਿ ਕੀ ਰਿਹਾ, ਸੁਣੋ ਤਾਂ ਸਹੀ। ਐਵੇਂ ਹਵਾ 'ਚ ਡਾਂਗਾ ਕਿਉਂ ਮਾਰਨੀਆਂ ਸ਼ੁਰੂ ਕਰਤੀਆਂ? ਉਹ ਇਹ ਕਹਿ ਰਿਹਾ ਕਿ ਪਰਾਲੀ ਦੇ ਮੁੱਦੇ ਤੇ ਅੱਗ ਲਾਉਣ ਵਾਲੇ ਕਿਸਾਨਾਂ ਦੇ ਪਰਚੇ ਨਹੀਂ ਹੋਣਗੇ। ਉਹ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ। ਉਸ ਤੋਂ ਬਾਅਦ ਕਿਹਾ ਹੈ
ਜੇ ਇਹਨਾਂ ਨੇ ਇਹ ਕਹਿਣਾ ਸੀ ਤਾਂ ਪਹਿਲਾਂ ਹੀ ਕਹਿ ਦਿੰਦੇ ਸਾਲ ਭਰ ਦੇ ਬੈਠੇ ਅਸੀਂ। ਸੋ ਕਿਸਾਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਤੁਹਾਡੇ ਹੱਕ 'ਚ ਖੜੀ ਹੈ, ਜਿਹਦੇ ਕਰਕੇ ਇਹਦੇ ਹੁਣ ਤੁਹਾਡੇ ਤੇ ਮੁਕੱਦਮਾ ਲਾ ਹੀ ਨਹੀਂ ਸਕਦੇ। ਉਹ ਕਹਿ ਦਿੱਤਾ ਇਹਨਾਂ ਨੇ ਵੀ ਅਸੀਂ ਨਹੀਂ ਲਾਵਾਂਗੇ। ਤੋ ਇਸ ਕਰਕੇ ਕੁਛ ਨਹੀਂ ਉਸ ਤੋਮਰ ਦੇ ਜਿਹੜੇ ਬਿਆਨਾਂ ਦੇ ਵਿੱਚ ਉਹਦੇ ਤੇ ਏਡੇ ਪਹਿਲੇ ਵਾਲਾ ਪੂਲ ਪਲਾਈ ਹੈ। ਹਾਂ, ਉਹਦਾ ਸਿਰਫ ਇੱਕ ਦਾ ਪੇਚ ਖੇਡਣ ਵਾਲੀ ਗੱਲ ਹੀ ਕੀਤੀ ਹੈ ਕਿ ਇੱਕ ਵਾਰੀ ਮੈਂ ਵੀ ਫੈਰ ਛੱਡ ਦਿਆਂ ਕਿ ਲਓ ਜੀ ਅਸੀਂ ਆਹ ਕੁਛ ਕਰਤਾ ਤੇ ਕਿਸਾਨ ਜਿਹੜੇ ਨੇ ਉਹ ਢੋਲ ਵਜਾ ਉੱਠਣ, ਲਓ ਜੀ ਤੋਮਰ ਨੇ ਕਹਿਦਾ, ਤੋਮਰ ਨੇ ਕਹਿਦਾ। ਉਹਦੀ ਹਰ ਇੱਕ ਗੱਲ ਨੂੰ ਮੈਂ ਫਿਰ ਅਪੀਲ ਕਰਦਾ ਆਪ ਜੀ ਦੇ ਮਾਧਿਅਮ ਦੇ ਰਾਹੀਂ, ਅਗਰ ਸਰਕਾਰ ਕੋਈ ਸ਼ਾਤਰਾਨਾ ਚਾਲਾਕੀ ਵਰਤ ਕੇ ਕੋਈ ਬਿਆਨ ਦਿੰਦੀ ਹੈ, ਉਹਦੇ ਬਿਆਨ ਨੂੰ ਸਵਾਰ ਕੇ ਸਮਝੋ, ਘੋਖੋ, ਪੜਤਾਲੋ ਔਰ ਐਸਕੇਐਮ ਦੇ ਉੱਤੇ ਛੱਡੋ। ਐਸਕੇਐਮ ਕੀ ਕਹਿੰਦਾ ਹੈ? ਅਗਰ ਐਸਕੇਐਮ ਕਹਿਦਾ ਦਾ ਲਾਣਾ ਹੋਊਗਾ ਵੀ ਆਹ ਗੱਲ ਠੀਕ ਹੈ ਅਸੀਂ ਮੰਨ ਲਈ, ਫਿਰ ਤਾਂ ਮੰਨ ਲਾਂਗੇ। ਹਜੇ ਤੱਕ ਐਵੇਂ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਥਾਪੀਆਂ ਨਾ ਮਾਰੀਏ, ਉਹ ਤੇ ਲਲਕਰੇ ਨਾ ਮਾਰੀਏ। ਕੁਝ ਕਿਸਾਨ ਆਗੂ ਕਹਿੰਦੇ ਨੇ ਕਿ 29 ਤੋਂ ਬਾਅਦ ਚਲੇ ਜਾਣਾ ਚਾਹੀਦਾ ਆ, ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਹੋਣ ਜਾਂ ਕੁਝ ਹੋਰ ਹੋਣ। ਸੋ ਉਹਦੇ ਤੇ ਤੁਹਾਡਾ ਕੀ ਕਹਿਣਾ? ਦੇਖੋ ਕੱਲ ਮੀਟਿੰਗ ਹੋਈ ਹੈ ਜੀ, ਪੰਜਾਬ ਦੀਆਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਸਟੈਂਡ ਕਰਦੀਆਂ ਕਿ ਨਹੀਂ ਅਸੀਂ ਨਹੀਂ ਜਾਣਾ। ਸਾਨੂੰ ਜਿੰਨਾ ਚਿਰ ਐਮਐਸਪੀ ਤੇ ਕੋਈ ਠੋਸ ਪ੍ਰਪੋਜ਼ਲ ਨਹੀਂ ਲੈ ਕੇ ਆਉਂਦੇ, ਲੈ ਕੇ ਤਾਂ ਹੁਣ ਸਾਨੂੰ ਪਤਾ ਤਾਂ ਲੱਗੇ ਕੀ ਹੈ। ਅਸੀਂ ਐਵੇਂ ਮਤਲਬ ਬਿਨਾਂ ਪਾਣੀ ਮੌਜੇ ਲਾ ਕੇ ਤੁਰੇ ਫਿਰਦੇ ਹਾਂ, ਉਹ ਨਹੀਂ ਕਰਨਾ ਚਾਹੀਦਾ। ਬਾਕੀ ਅਦਰ ਸਟੇਟਸ ਜਿਹੜੀਆਂ ਨੇ ਉਹਨਾਂ ਨੂੰ ਖਦਸ਼ਾ ਸੀ ਵੀ ਸ਼ਾਇਦ ਪੰਜਾਬ ਸਾਨੂੰ ਛੱਡ ਕੇ ਤੁਰ ਜੂ। ਮੈਂ ਕੱਲ ਮੀਟਿੰਗ ਦੇ ਵਿੱਚ ਵੀ ਸ਼ਰੇਆਮ ਐਲਾਨ ਕੀਤਾ ਹੈ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਇਹ ਕਹਿਣਾ ਹੈ ਕਿ BKU ਏਕਤਾ ਸਿੱਧੂਪੁਰ ਤੇ ਹੋਰ ਵੀ ਬਹੁਤ ਸਾਰਾ ਮੈਂ ਕਹਿੰਦਾ ਵੱਡਾ ਹਿੱਸਾ ਪੰਜਾਬ ਦਾ, ਛੋਟਾ ਨਹੀਂ ਵੱਡਾ ਹਿੱਸਾ ਕਿਹਾ ਮੈਂ, ਹਿੱਸਾ ਨਹੀਂ ਇਦੋਂ ਵੀ ਗਾਂ ਟੱਪ ਕੇ ਮੈਂ ਕਹਿ ਦਿਆਂ ਕਿ ਪੂਰਾ ਪੰਜਾਬ ਪੂਰੇ ਦੇਸ਼ ਦੇ ਨਾਲ ਖੜਾ ਹੈ, ਖੜਾ ਰਹੇਗਾ। ਪੰਜਾਬ ਪਿੱਛੇ ਨਹੀਂ ਹਟੇਗਾ। ਲਾ ਇਹ ਜ਼ਰੂਰ ਆ ਗੱਲ ਕਿ ਦੇਖੋ MSP ਦਾ ਮੈਟਰ ਹੈ ਜਿਹੜਾ ਇਹ ਪੂਰੇ ਦੇਸ਼ ਦਾ ਹੈ, ਅਸੀਂ ਉਹਦੇ 'ਚ ਹਿੱਸੇਦਾਰ ਰਹਾਂਗੇ, ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਅਦਰ ਸਟੇਟਸ ਹੈ ਜਿਹੜੀਆਂ ਉਹ ਮੂਹਰੇ ਆਉਣ, ਮੈਦਾਨ 'ਚ ਆਉਣ, ਨਾਲ ਲੱਗ ਕੇ ਆਪਾਂ ਇਸ ਮਸਲੇ ਦਾ ਹੱਲ ਕਰਵਾਈਏ। ਅਸੀਂ ਤਾਮਿਲਨਾਡੂ ਦੇ ਕਿਸਾਨਾਂ ਨਾਲ ਕੱਲ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਆ ਕਿ ਸਾਨੂੰ ਬਹੁਤ ਦੂਰ ਪੈ ਜਾਂਦਾ, 3500 ਕਿਲੋਮੀਟਰ ਦਾ ਰਸਤਾ ਪੈਂਦਾ ਹੈ। ਸੋ ਕੀ ਲੱਗਦਾ ਹੈ ਕਿ ਉਹ ਆ ਕੇ ਬੈਠ ਨਹੀਂ ਸਕਦੇ ਜਾਂ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਜਾਂ ਫਿਰ ਲੀਡ ਪੰਜਾਬ ਹੀ ਕਰੂਗਾ? ਨਹੀਂ ਦੇਖੋ ਇਹਦੇ 'ਚ ਇਹ ਨਹੀਂ ਹੈ ਗੱਲ, ਪੰਜਾਬ ਨੂੰ ਆਪਦੀ ਲੀਡ ਛੱਡਣੀ ਵੀ ਨਹੀਂ ਚਾਹੀਦੀ। ਅੱਜ ਪੰਜਾਬ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਵੱਡਾ ਰੁਤਬਾ ਹਾਸਲ ਕੀਤਾ ਪੰਜਾਬ ਨੇ, ਖਾਸ ਕਰਕੇ ਸਿੱਖ ਕੌਮ ਨੇ। ਕਿਉਂਕਿ ਐਲਾਨ ਜਿਹੜਾ ਆ ਸਿੱਖ ਕੌਮ ਤੋਂ ਕਿਹਾ ਤੁਸੀਂ, ਐਲਾਨ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਦਿਨ ਗੁਰਬਾਣੀ ਦੇ ਤੁਕ ਦੇ ਨਾਲ ਮਾਫੀ ਮੰਗਦਿਆਂ ਹੋਇਆ ਨਰਿੰਦਰ ਮੋਦੀ ਨੇ ਕੀਤਾ ਸੀਗਾ ਕਿਉਂਕਿ ਪਹਿਲਾਂ ਤਾਂ ਇਸ ਗੱਲ ਤੇ ਆਉਂਦੇ ਹੀ ਨਹੀਂ ਸੀਗੇ। ਸੋ ਸਿੱਖਾਂ ਨੂੰ ਸਿਹਰਾ ਜਿਹੜਾ ਸੀਗਾ ਉਹ ਦਿੱਤਾ ਹੈ। ਤੋ ਬਾਕੀ ਨਹੀਂ ਇਕੱਲਾ ਮੋਦੀ ਦੇ ਦੇਣ ਨਾਲ, ਮੋਦੀ ਸਾਨੂੰ ਸਿਹਰਾ ਦੇਵੇ ਨਾ ਦੇਵੇ, ਮੋਦੀ ਮਾਦੀ ਦੇ ਸਿਹਰੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਦੇਸ਼ ਸਿਹਰਾ ਦੇ ਰਿਹਾ ਹੈ। ਅਸੀਂ ਜਿਹੜੀ ਵੀ ਸਟੇਟ 'ਚ ਗਏ ਹਾਂ, ਹਰ ਸਟੇਟ ਦੇ ਵਿੱਚ ਲੋਕਾਂ ਨੇ ਸਾਨੂੰ ਸਨਮਾਨ ਦਿੱਤਾ, ਸਾਨੂੰ ਸਤਿਕਾਰ ਦਿੱਤਾ ਔਰ ਸੱਦਦੇ ਨੇ। ਮੈਂ ਖਾਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਗੱਲ ਕਰਨੀ ਚਾਹੁੰਦਾ। ਤਾਮਿਲਨਾਡੂ ਇੱਕ ਐਸੀ ਸਟੇਟ ਹੈ ਜੀ, ਉਹ ਕਹਿੰਦੇ ਸਾਡੀ ਸਟੇਜ ਤੇ ਹਿੰਦੀ 'ਚ ਭਾਸ਼ਣ ਬਿਲਕੁਲ ਨਹੀਂ ਅਸੀਂ ਕਰਨ ਦੇਣਾ। ਉਹ ਪੂਰੀ ਨਫ਼ਰਤ ਕਰਦੇ ਆ। ਉਹ ਕਹਿੰਦੇ ਜਾਂ ਤਾਂ ਸਾਡੀ ਭਾਸ਼ਾ 'ਚ ਬੋਲੋ ਜਾਂ ਇੰਗਲਿਸ਼ 'ਚ ਬੋਲੋ। ਉਹਨਾਂ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਦਾਸ ਨੂੰ ਸੱਦਾ ਦਿੱਤਾ ਵੀ ਤੁਸੀਂ ਆਓ। ਮੈਂ ਕਿਹਾ ਯਾਰ ਇੰਗਲਿਸ਼ ਮੇਰੀ ਐਡੀ ਹੈ ਨਹੀਂ, ਕਿ ਬੁੜਾ ਹੋ ਗਿਆ ਮੈਂ, ਇੰਗਲਿਸ਼ ਪਤਾ ਨਹੀਂ ਕਿਦੋਂ ਦੀਆਂ ਪੜ੍ਹੀਆਂ, ਭੁੱਲ ਗਿਆ, ਤੁਹਾਡੇ ਵਾਲੀ ਮੈਨੂੰ ਆਉਂਦੀ ਨਹੀਂ, ਤਾਂ ਮੈਂ ਕਿਸ ਭਾਸ਼ਾ 'ਚ ਬੋਲੂੰ? ਉਹ ਕਹਿੰਦੇ ਜੀ ਤੁਸੀਂ ਪੰਜਾਬੀ 'ਚ ਬੋਲ ਲਿਓ, ਤੁਸੀਂ ਹਿੰਦੀ 'ਚ ਬੋਲਣਾ ਚਾਹੋ ਤਾਂ ਇਕੱਲਿਆਂ ਨੂੰ ਤੁਹਾਨੂੰ ਅਸੀਂ ਹਿੰਦੀ 'ਚ ਵੀ ਬੋਲਣਾ ਲਾਊ ਕਰਾਂਗੇ, ਪਰ ਆਓ ਜ਼ਰੂਰ ਸਿੱਖ ਆਓ। ਤੁਸੀਂ ਅੰਦਾਜ਼ਾ ਲਾਓ ਸਿੱਖ ਦਾ ਸਤਿਕਾਰ ਕਿੰਨਾ ਹੈ। ਇਹ ਸਤਿਕਾਰ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ? ਅਗਲੀ ਗੱਲ ਇੱਕ ਹੋਰ ਨੋਟ ਕਰੋ, ਇਹਨੂੰ ਕਾਇਮ ਰੱਖੋ। ਪੰਜਾਬ ਬਿਲਕੁਲ ਇਹਨੂੰ ਕਮਜ਼ੋਰ ਨਹੀਂ ਹੋਣ ਦੇਗਾ, ਅਸੀਂ ਕਾਇਮ ਰੱਖਾਂਗੇ। ਦੂਜੀ ਇੱਕ ਗੱਲ ਹੋਰ ਨੋਟ ਕਰਿਓ, ਯੂਪੀ ਦੇ ਵਿੱਚ ਸਾਡਾ ਇੱਕ ਬੱਚਾ ਸ਼ਹੀਦ ਹੋਇਆ ਹੈ। ਬੜਾ ਦੁੱਖ ਹੁੰਦਾ ਜਦੋਂ ਉਹਨਾਂ ਦੇ ਪਰਿਵਾਰ ਕੰਨੀ ਝਾਤੀ ਮਾਰੀਦੀ ਹੈ। ਮਾਂ ਹੈ, ਬਾਪ ਹੈ, 2 ਭੈਣਾਂ ਨੇ, ਬੱਚਾ ਚਲਿਆ ਗਿਆ। ਉਹ ਭੈਣਾਂ ਨੇ, ਉਹ ਬਾਪ ਨੇ, ਉਸ ਮਾਂ ਨੇ MSP ਲੈਣ ਲਈ ਘੱਲਿਆ ਨਾ, ਔਰ ਉਹ ਬਾਪ ਦੀ ਫਸਲ ਅੱਜ 1000 ਨੂੰ ਕੁਇੰਟਲ ਵਿਕੇ, 1100 ਨੂੰ ਕੁਇੰਟਲ ਵਿਕੇ। ਉਹਦੀ ਸ਼ਹਾਦਤ ਕੀ ਕਹਿੰਦੇ? ਉਹ ਅੰਦਾਜ਼ਾ ਲਾਇਓ ਕਿ ਉਹਦੀ ਆਤਮਾ ਜਦੋਂ ਵੀ ਉਹਦੀ ਫਸਲ 800 ਨੂੰ, 900 ਨੂੰ, 1000 ਨੂੰ, 1100 ਨੂੰ ਵਿਕੂਗੀ, ਫਿਰ ਉਹ ਬਾਪ ਤਾਂ ਇਹ ਸੋਚੇਗਾ ਨਾ
ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ, ਮੈਂ ਉਹਦਾ ਪੁੱਤ ਵੀ ਗਵਾ ਬੈਠਾ ਤੇ ਮੈਨੂੰ ਫਸਲ ਦਾ ਰੇਟ ਵੀ MSP ਨਹੀਂ ਮਿਲੀ। ਸੋ ਸਾਡੇ ਸ਼ਹੀਦ ਨੇ, ਜੇ ਉਹ ਜਾਨ ਦੇ ਸਕਦੇ ਨੇ ਤੇ ਸਾਡੀ ਜਾਨ ਕੋਈ ਬਹੁਤੀ ਕੀਮਤੀ ਨਹੀਂ। ਸਾਨੂੰ ਇਹ ਤੇ ਆਰ ਪਾਰ ਦੀ ਲੜਾਈ ਦੇਣੀ ਚਾਹੀਦੀ ਹੈ। ਦੂਜੀ ਨਾਲ ਇੱਕ ਜਿਹੜੀ ਅੰਦਰਲੀ ਗੱਲ ਹੈ ਘੁੰਡੀ ਦੀ, ਉਹ ਵੀ ਦੱਸ ਦਿੰਦਾ। ਇਸ ਵੇਲੇ BJP ਦਾ ਲੱਕ ਟੁੱਟਿਆ ਹੋਇਆ ਹੈ ਔਰ BJP ਹਾਰ ਚੁੱਕੀ ਹੈ। BJP ਦੇ ਅੰਦਰ ਲੜਾਈ ਸ਼ੁਰੂ ਹੋ ਚੁੱਕੀ ਹੈ। ਅਗਰ ਤਕੜੇ ਹੋ ਕੇ ਲੋਕ ਲੜਨਗੇ, ਹੌਸਲਾ ਰੱਖ ਕੇ ਲੜਨਗੇ, ਤਾਂ ਮੈਂ ਦਾਅਵੇ ਨਾਲ ਗੱਲ ਕਰਦਾ BJP MSP ਦੀ ਗਰੰਟੀ ਦਾ ਕਾਨੂੰਨ ਵੀ ਬਣਾਏਗੀ। ਜੀ ਬਿਲਕੁਲ, ਪਰ ਕਿਤੇ ਨਾ ਕਿਤੇ ਪਹਿਲਾਂ ਵੀ ਕਿਸਾਨ ਆਗੂ ਕੁਝ ਕੁ ਜਾਂ ਕਿਸਾਨ ਅਸੀਂ ਕਹਿ ਲਈਏ ਭੱਜਣਾ ਚਾਹੁੰਦੇ ਸੀ, ਜਾਣਾ ਚਾਹੁੰਦੇ ਸੀਗੇ, ਪਰ ਕੁਝ ਕਿਸਾਨ ਆਗੂ ਅੜੇ ਰਹੇ, ਜਿਸ ਕਾਰਨ ਅੱਜ ਜਿੱਤ ਹੋਈ ਹੈ। ਸੋ ਹੁਣ ਜਦੋਂ ਤੁਸੀਂ ਚੱਲੋਗੇ ਤਾਂ ਨਾਲ ਦੀ ਨਾਲ ਬਾਕੀ ਸਾਰੀਆਂ ਜਥੇਬੰਦੀਆਂ ਵੀ ਚੱਲਣਗੀਆਂ। ਤੇ ਮੈਨੂੰ ਨਹੀਂ ਲੱਗਦਾਗਾ ਕੋਈ ਜਥੇਬੰਦੀ ਭੱਜੂਗੀ। ਜਿਹੜੀ ਭੱਜੂਗੀ ਫਿਰ ਉਹਨੂੰ ਅਸੀਂ ਪੈਰੀਂ ਹੱਥ ਲਾ ਕੇ ਤਾਂ ਰੱਖ ਨਹੀਂ ਸਕਦੇ ਨਾ, ਰੱਸਾ ਨਹੀਂ ਪਾ ਸਕਦੇ। ਜੇ ਕਿਸੇ ਦਾ ਮਨ ਬਣ ਗਿਆ ਵੀ ਮੈਂ ਤਾਂ ਭੱਜਣਾ ਹੀ ਭੱਜਣਾ ਹੈ, ਉਹ ਭੱਜ ਜੇ, ਉਹਨੂੰ ਪੰਜਾਬ ਸਮਝ ਲੂਗਾ ਵੀ ਪੰਜਾਬ ਵਾਲੇ ਲੋਕ ਕਿਹੜੇ ਸਿਆਣੇ ਨਹੀਂ, ਉਹ ਸੰਭਾਲ ਲੈਣਗੇ। ਜਾਨੀ ਕਿ ਇਕੱਲਾ ਤਾਂ ਹੁਣ ਕੋਈ ਜਾ ਨਹੀਂ ਸਕਦਾ। ਚਲੋ ਜੇ ਜਾਣਾ ਚਾਹਵੇ ਤਾਂ ਜਾਵੇ, ਨਹੀਂ ਪਰ ਫਿਰ ਤਾਂ ਉਹੀ ਗੱਲ ਹੋ ਗਈ ਨਾ, ਅਧੂਰਾ ਕੰਮ ਛੱਡ ਕੇ ਨਹੀਂ ਜਾ ਸਕਦਾ। ਨਹੀਂ ਜਾਣਾ ਚਾਹੀਦਾ ਨਾ ਜੀ, ਇਹ ਨਹੀਂ ਜਾਣਾ ਚਾਹੀਦਾ। ਪੰਜਾਬ, ਮੈਂ ਫਿਰ ਬੇਨਤੀ ਕਰਦਾ, ਪੰਜਾਬ ਦੀ ਇਸ ਪੱਗ ਨੂੰ ਮਾਣ ਇਸ ਅੰਦੋਲਨ ਨੇ ਦਵਾਇਆ। ਅਗਰ ਅਸੀਂ ਪੰਜਾਬ ਵਾਲੇ ਇਹ ਮਾਣ ਅੱਜ ਉਹਨਾਂ ਨੂੰ ਛੱਡ ਕੇ ਭੱਜਾਂਗੇ ਤਾਂ ਸਮਝ ਲਓ ਅਸੀਂ ਆਪਦੀ ਪੱਗ ਨੂੰ ਫਿਰ ਦੁਬਾਰਾ। ਮੈਂ ਇੱਕ ਗੱਲ ਕਰਨਾ ਚਾਹੂੰਗੀ, 1984 ਤੋਂ ਬਾਅਦ ਹਾਲਾਤ ਜਿਹੜੇ ਸੀਗੇ ਪੰਜਾਬ ਦੇ ਬੜੇ ਹੀ ਮਾੜੇ ਹੋ ਗਏ ਸੀਗੇ। ਇੱਕ ਨੈਰੇਟਿਵ ਸਰਜ ਦਿੱਤਾ ਗਿਆ ਸੀਗਾ ਸਿੱਖਾਂ ਦੇ ਲਈ ਵੀ, ਖਾਸ ਤੌਰ ਤੇ ਕਿਉਂਕਿ ਪੰਜਾਬ ਵਿੱਚ ਬਹੁਤਾਤ ਸਿੱਖਾਂ ਦੀ ਹੈ, ਔਰ ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਇੱਕ ਨੈਰੇਟਿਵ ਸੀਗਾ ਕਿ ਇਹ ਅੱਤਵਾਦੀ ਨੇ। ਜਦੋਂ ਇੱਥੇ ਆਉਂਦੇ ਹੋ ਦਿੱਲੀ ਦੇ ਵਿੱਚ ਵੀ, ਤਾਂ ਉਦੋਂ ਵੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਮੀਡੀਆ ਜਿਹੜਾ ਸੀਗਾ ਉਹ ਇਹੀ ਕਹਿੰਦਾ ਰਿਹਾ ਕਿ ਇਹ ਅੱਤਵਾਦੀ ਨੇ। ਆਸ-ਪਾਸ ਦੇ ਘਰ ਸੀਗੇ ਜਿਹੜੇ, ਉਹਨਾਂ ਨੂੰ ਡਰਾਇਆ ਇਸ ਤਰੀਕੇ ਨਾਲ ਗਿਆ ਸੀਗਾ। ਅੱਜ ਇੱਥੇ ਰਹਿ ਕੇ ਜਿਹੜਾ ਤੁਸੀਂ ਦਿਖਾਇਆ ਲੋਕਾਂ ਨੂੰ ਕਿ ਪੰਜਾਬੀ ਕਿਹੋ ਜਿਹੇ ਹੁੰਦੇ ਨੇ, ਅੱਜ ਇੱਕ ਮਾਈਂਡ ਸੀਗਾ ਲੋਕਾਂ ਦਾ ਜਿਹੜਾ ਬਦਲਿਆ। ਸੋ ਕੀ ਲੱਗਦਾ ਹੈ ਕਿ ਇਹ ਕਿੰਨੀਆਂ ਪੀੜ੍ਹੀਆਂ ਬਾਅਦ ਹੋਇਆ? ਕਿਉਂਕਿ ਪੰਜਾਬ 1947 ਦੇ ਵਿੱਚ ਮੋਹਰੀ ਰਿਹਾ ਹੈ ਆਜ਼ਾਦੀ ਦਿਵਾਉਣ ਦੇ ਵਿੱਚ। ਉਦੋਂ ਵੀ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਜਦੋਂ ਵੰਡ ਹੋਈ ਹੈ ਉਦੋਂ ਵੀ ਸਭ ਤੋਂ ਵੱਡੀ ਸ਼ਹਾਦਤ ਪੰਜਾਬ ਦੇ ਲੋਕਾਂ ਦੀ ਹੋਈ, ਚਾਹੇ ਉਹ ਪਾਰ ਦੇ ਸੀਗੇ, ਚਾਹੇ ਉਹ ਲਹਿੰਦੇ ਦੇ, ਚਾਹੇ ਉਹ ਚੜ੍ਹਦੇ ਦੇ। ਦੋਨਾਂ ਪੰਜਾਬਾਂ ਦੇ ਲੋਕ ਸੀਗੇ ਜਿਹੜੇ ਨਾ, ਉਹ ਸਭ ਤੋਂ ਵੱਧ ਵੈਸੇ ਵੀ ਮਾਰੇ ਗਏ ਨੇ। ਉਸ ਤੋਂ ਬਾਅਦ ਅੱਜ ਜਾ ਕੇ ਫਿਰ ਦੁਬਾਰਾ ਸਿੱਖਾਂ ਦਾ ਜਿਹੜਾ ਚਿਹਰਾ ਮੋਹਰਾ ਸੀਗਾ ਲੋਕਾਂ ਦੇ ਸਾਹਮਣੇ, ਫਿਰ ਉਹ ਕਿਰਦਾਰ ਸਾਹਮਣੇ ਆਇਆ। ਕਿੱਦਾਂ ਦੇਖਦੇ ਹੋ? ਦੇਖੋ, ਤੁਸੀਂ 84 ਤੋਂ ਗੱਲ ਸ਼ੁਰੂ ਕੀਤੀ ਸੀ। 84 ਤੋਂ ਬਾਅਦ ਇੱਕ ਵਾਰੀ ਅਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਯਾਤਰਾ ਕੀਤੀ। ਅਸੀਂ ਜਦੋਂ ਲੰਘਦੇ ਸੀ ਨਾ, ਕਿਤੇ ਢਾਬੇ ਤੇ ਰੋਟੀ ਖਾਂਦੇ ਸੀ, ਸਾਨੂੰ ਮਾਣ ਸਨਮਾਨ ਕਿਤੇ ਨਹੀਂ ਮਿਲਦਾ ਸੀ। ਸਾਡੇ ਨਾਲ ਨਾ ਓਪਰਾ ਵਰਤਾਓ ਹੁੰਦਾ ਰਿਹਾ। ਅੱਜ ਕੀ ਹੁੰਦਾ ਹੈ ਜੀ, ਅਸੀਂ ਲੰਘਦੇ ਆ ਨਾ ਜੀ, ਮੈਂ ਯਕੀਨ ਨਾਲ ਕਹਿੰਦਾ ਅਸੀਂ ਬੜੇ ਧੱਕੇ ਨਾਲ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸੇ ਤੋਂ ਰੋਟੀ ਖਾ ਕੇ ਉਹਦੇ ਪੈਸੇ ਨਾ ਦਈਏ। ਇਹ ਸਾਡੀ ਇਮਾਨਦਾਰੀ ਨਹੀਂ। ਤੇ ਬਹੁਤ ਸਾਰੇ ਢਾਬਿਆਂ ਵਾਲੇ, ਹੋਟਲਾਂ ਵਾਲੇ, ਰੈਸਟੋਰੈਂਟਾਂ ਵਾਲੇ ਸਾਨੂੰ ਇਹ ਕਹਿੰਦੇ ਨੇ, ਨਹੀਂ ਜੀ ਸਾਡੇ ਤੇ ਭਾਰ ਨਾ ਚੜਾਓ, ਅਸੀਂ ਤੁਹਾਡੇ ਕੋਲੋਂ ਇਹ ਰੋਟੀ ਦੇ ਪੈਸੇ ਨਹੀਂ ਲੈਣੇ। ਇਹ ਕਿੱਥੇ ਚਲੀ ਗਈ ਗੱਲ? ਕਿੰਨਾ ਮਾਣ ਮਿਲ ਗਿਆ ਜੀ ਲੋਕਾਂ ਨੂੰ, ਬਾਹਰਲੀਆਂ ਸਟੇਟਾਂ ਦੇ ਵਿੱਚ ਮਾਣ ਸਨਮਾਨ ਮਿਲ ਗਿਆ। ਉਸ ਤੋਂ ਬਾਅਦ ਯਾਨੀ ਕਿ ਜਿਹੜਾ ਕਿਰਦਾਰ ਸਾਡਾ ਇੱਕ ਨੈਰੇਟਿਵ ਬਿਲਡ ਕੀਤਾ ਸੀ, ਗਵਾ ਦਿੱਤਾ ਸੀਗਾ ਮੀਡੀਆ ਨੇ, ਉਹ ਦੁਬਾਰਾ ਹਾਸਲ ਹੈ ਇਸ ਅੰਦੋਲਨ 'ਚ। ਇਸ ਅੰਦੋਲਨ ਨੇ ਉਹ ਪੰਜਾਬ ਦਾ ਮਾਣ ਸਨਮਾਨ ਸਤਿਕਾਰ ਦੁਬਾਰਾ ਬਹਾਲ ਕੀਤਾ। ਔਰ ਮੈਂ ਕਹੂੰਗਾ ਇਹਨੂੰ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਆਪਾਂ ਗਵਾਈਏ ਨਾ, ਤਕੜੇ ਹੋ ਕੇ ਸਟੈਂਡ ਕਰੀਏ, ਉਹਨਾਂ ਭਰਾਵਾਂ ਦਾ ਸਾਥ ਦਈਏ। ਖਾਸ ਕਰਕੇ ਉਹਨਾਂ ਬੱਚਿਆਂ ਕੰਨੀ ਵੀ ਨਿਗਾਹ ਮਾਰੋ ਯਾਰ। ਉਹ ਜਿਹੜੇ ਪਿਓ ਦਾ ਪੁੱਤ, ਉਹ ਜਿਹੜੀਆਂ ਭੈਣਾਂ ਦਾ ਭਰਾ ਸ਼ਹੀਦ ਹੋਇਆ ਨਾ, ਤੁਸੀਂ ਇਹ ਮੰਨੋ ਵੀ ਸਾਡਾ ਹੈ। ਅਸੀਂ ਮਰ ਜਾਾਂਗੇ ਲੇਕਿਨ ਉਹਨਾਂ ਨੂੰ ਰੇਟ ਦਵਾ ਕੇ ਹਟਾਂਗੇ। ਸਾਨੂੰ ਕਰਨਾ ਚਾਹੀਦਾ। ਠੀਕ ਆ, ਉਸ ਗੱਲ ਨਾਲ ਤੁਹਾਡੀ ਨਾਲ ਬਿਲਕੁਲ ਸਹਿਮਤ ਹੈ ਕਿ MSP ਦੇ ਉੱਪਰ ਬੈਠਣਾ ਚਾਹੀਦਾ। ਪਰ ਹੁਣ ਕਿਤੇ ਨਾ ਕਿਤੇ ਇੱਕ ਜ਼ਰੂਰਤ ਜ਼ਰੂਰ ਬਣਦੀ ਹੈ ਕਿ ਬਾਕੀ ਸਟੇਟਾਂ ਦੇ ਲੋਕ ਆ ਕੇ ਵੀ, ਜਿਹੜੇ ਕਿਸਾਨ ਆ ਕੇ ਵੀ, ਉਹ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬੈਠਣ। ਦੇਖੋ ਫੇਰਾ ਪਾ ਕੇ ਨਾ ਨਹੀਂ, ਮੈਂ ਇੱਕ ਬੇਨਤੀ ਕਰਦਾ, ਤੁਸੀਂ ਇਹ ਤੇ ਸੁਭਾਵਿਕ ਹੈ ਗੱਲ ਕਿ ਮੈਂ ਥੋੜਾ ਜਿਹਾ ਡਿਫਰ ਕਰਦਾ ਇਹਨੂੰ ਕਿ ਪੰਜਾਬ ਨੂੰ ਆਪਦੀ ਅਗਵਾਈ ਗਵਾਉਣੀ ਨਹੀਂ ਚਾਹੀਦੀ। ਐਵੇਂ ਖਾਮ ਖਾ ਥੋੜੀ ਗੱਲ ਪਿੱਛੇ ਐਵੇਂ ਦਿਲ ਛੋਟਾ ਨਹੀਂ ਕਰਨਾ ਚਾਹੀਦਾ।
ਸਾਨੂੰ ਲੋੜ ਆ ਕਿ ਜਿਵੇਂ ਦਾ ਸਹਿਯੋਗ ਸਾਡਾ ਦੇ ਰਹੇ ਨੇ ਉਹਨਾਂ ਨੂੰ ਇਹ ਕਹੀਏ ਕਿ ਆਓ ਹੁਣ ਉਹਨਾਂ ਨੂੰ ਇਹ ਕਹੀਏ ਕਿ ਐਮਐਸਪੀ ਕਿਹੇ ਜੀ ਬਣਾਉਣੀ ਹੈ, ਕਿਵੇਂ ਲੈਣੀ ਹੈ, ਮੈਦਾਨ 'ਚ ਆਓ, ਸਾਰੇ ਬਹਿ ਕੇ ਵਿਚਾਰ ਕਰੀਏ, ਉਹੋ ਜਿਹੀ ਐਮਐਸਪੀ ਲਈਏ, ਘਰੇ ਨਾ ਬੈਠੋ। ਹੁਣ ਉਹ ਨਿਕਲਣਗੇ। ਮੈਂ ਹੁਣੇ ਗੱਲ ਕੀਤੀ ਹੈ ਤੁਹਾਡੇ ਮਾਧਿਅਮ ਦੇ ਚੈਨਲ ਦੇ ਕਿ 48,000 ਕਿਸਾਨਾਂ ਦੇ ਹਰਿਆਣੇ ਦੇ ਵਿੱਚ ਪਰਚੇ ਦਰਜ ਨੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਹੋਕਾ ਦਿੰਦਾ ਆਪਦੇ ਚੈਨਲ ਦੇ ਰਾਹੀਂ ਕਿ ਮੈਦਾਨ 'ਚ ਆਓ ਹੁਣ ਇੱਥੇ, ਯੂਪੀ ਦੇ ਕਿਸਾਨ ਮੈਦਾਨ 'ਚ ਆਓ, ਇੱਥੇ ਬੈਠੀਏ ਔਰ ਐਮਐਸਪੀ ਲਈਏ। ਔਰ ਨਾਲ ਤੁਹਾਡੇ ਜਿਹੜੇ ਪਰਚੇ ਦਰਜ ਹੋਏ ਨੇ, ਤੁਹਾਡੇ ਪਰਚਿਆਂ ਦੀ ਖਾਤਰ ਸਾਨੂੰ ਮਰਨ ਵਰਤ ਤੇ ਵੀ ਬੈਠਣਾ ਪਿਆ, ਅਸੀਂ ਬੈਠਾਂਗੇ, ਤੁਹਾਡੇ ਪਰਚੇ ਰੱਦ ਕਰਾਵਾਂਗੇ। ਬਿਲਕੁਲ। ਦਿੱਲੀ ਦੇ ਵਿੱਚ ਜਿਹੜੇ ਪਰਚੇ ਦਰਜ ਨੇ, ਟੋਟਲ ਦਿੱਲੀ ਵਾਲੇ ਕਿਹੜਾ ਬਾਹਰੋਂ ਆਏ ਨੇ, ਉਹ ਵੀ ਸਾਡੇ ਹੀ ਨੇ। ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਸਟੇਟ ਦੇ ਉੱਪਰ ਸਾਰਾ ਭਾਰ ਪਾ ਦਿੱਤਾ ਗਿਆ ਨਾ, ਦਿੱਲੀ ਵਾਲੇ ਪਰਚੇ। ਮੈਂ ਇਹ ਤਾਂ ਸਾਨੂੰ ਅਗਰ ਅਸੀਂ ਇੱਥੇ ਬੈਠਾਂਗੇ ਤਾਂ ਸਾਡਾ ਮੋਰਚਾ ਦਿੱਲੀ ਸਰਕਾਰ ਨਾਲ ਹੀ ਹੈ, ਸੈਂਟਰ ਗਵਰਨਮੈਂਟ ਨਾਲ ਹੈ। ਅਸੀਂ ਤਾਂ ਪ੍ਰੈਸ਼ਰ ਸੈਂਟਰ ਗਵਰਨਮੈਂਟ ਨੂੰ ਦੇ ਉੱਤੇ ਪਾਉਣਾ ਹੈ ਕਿ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਹੈ, ਕੀ ਪ੍ਰੋਸੈਸ ਅਡਾਪਟ ਕਰਨਾ ਹੈ, ਸੈਂਟਰ ਗਵਰਨਮੈਂਟ ਸਾਡੇ ਪਰਚੇ ਮਤਲਬ ਰੱਦ ਕਰਾਵੇ। ਇੱਕ ਸਵਾਲ ਜਿਹੜਾ ਸੀਗਾ ਉਹ ਰਹਿ ਗਿਆ ਆਪਣਾ ਕਿ 23 ਫਸਲਾਂ ਦੇ ਉੱਪਰ ਐਮਐਸਪੀ ਦਿੱਤੀ ਜਾਂਦੀ ਹੈ, ਉਹਦੇ ਵਿੱਚੋਂ ਬੇਸ਼ੱਕ 2 ਹੀ ਫਸਲਾਂ ਹੈ, ਕਣਕ ਤੇ ਝੋਨਾ, ਜਿਹੜੇ ਐਮਐਸਪੀ ਮਿਲਦੀ ਹੈ ਜਿਨ੍ਹਾਂ ਦੇ ਉੱਪਰ ਹਨਾ, ਤੇ ਹੈਗੀ 23 ਫਸਲਾਂ ਦੇ ਉੱਪਰ ਆ। ਬਾਕੀ ਸਟੇਟਾਂ ਦੇ ਵਿੱਚ ਸ਼ਾਇਦ ਹੋਰ ਨਾ ਕਿਸੇ ਫਸਲਾਂ ਤੇ ਮਿਲਦੀ ਹੋਵੇ ਜਾਂ ਨਾ ਮਿਲਦੀ ਹੋਵੇ, ਉਹਦੇ ਬਾਰੇ ਪੰਜਾਬ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ ਹੋ, ਸ਼ਾਇਦ ਤੁਹਾਨੂੰ ਪਤਾ ਹੋ। ਸੋ ਕੀ ਲੱਗਦਾ ਹੈ ਕਿ ਕਿੰਨੀਆਂ ਫਸਲਾਂ ਦੇ ਉੱਪਰ, ਕਿਉਂਕਿ ਹਰ ਇੱਕ ਸਟੇਟ ਦੀ ਵੱਖਰੀ ਵੱਖਰੀ ਫਸਲ ਹੈ, ਕਿਸ ਤਰੀਕੇ ਦੇ ਨਾਲ ਐਮਐਸਪੀ ਮਿਲਣੀ ਚਾਹੀਦੀ ਹੈ, ਔਰ ਪੰਜਾਬ ਦੇ ਵਿੱਚ ਜੇ ਐਮਐਸਪੀ ਮਿਲਦੀ ਹੈ, ਹਰਿਆਣਾ 'ਚ ਮਿਲਦੀ ਹੈ, ਤਾਂ ਉਹ ਕਿਸ ਤਰੀਕੇ ਨਾਲ? ਦੇਖੋ, ਇਹ ਕਮੇਟੀ ਬਣ ਕੇ, ਸਾਡੀ ਆਪਸੀ ਕਮੇਟੀ ਬਣੇ, ਅਸੀਂ ਆਪ ਬੈਠੀਏ, ਇਹਨੂੰ ਪੂਰੇ ਦੇਸ਼ ਦੇ ਹਾਲਾਤਾਂ ਨੂੰ ਨਿਗਾਹ ਮਾਰੀਏ ਕਿ ਹਰਿਆਣੇ ਨੂੰ ਕਿਸ ਚੀਜ਼ ਦੀ ਲੋੜ ਹੈ, ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਹੈ। ਕਿਉਂਕਿ ਪੰਜਾਬ ਨੂੰ ਹੁਣ ਜਾਂ ਪੰਜਾਬ ਜਾਂ ਹਰਿਆਣਾ ਕਹਿ ਲਈਏ ਤਾਂ ਇਹਨਾਂ ਨੂੰ ਝੋਨੇ 'ਚੋਂ ਕੱਢਣਾ ਬਹੁਤ ਜ਼ਰੂਰੀ ਹੈ। ਕੁਲੈਕਟਿਵਲੀ ਜੇ ਅਸੀਂ ਇਹਦੇ ਤੇ ਨਿਗਾਹ ਮਾਰੀਏ ਤਾਂ ਗੱਲ ਇਹ ਬਣਦੀ ਹੈ ਕਿ ਅਗਰ ਸਾਰੀਆਂ ਫਸਲਾਂ ਜੋ ਕਿਸਾਨ ਪੈਦਾ ਕਰਦਾ ਹੈ, ਸਰਕਾਰ ਉਹਨਾਂ ਨੂੰ ਖਰੀਦਣ ਦੀ ਗਰੰਟੀ ਦਾ ਕਾਨੂੰਨ ਬਣਾ ਦਿੰਦੀ ਹੈ ਔਰ ਐਮਐਸਪੀ ਦੇ ਉੱਤੇ ਗਰੰਟੀ ਖਰੀਦਣ ਦਾ ਕਾਨੂੰਨ ਬਣ ਜਾਂਦਾ ਹੈ, ਤਾਂ ਮੈਂ ਦਾਅਵੇ ਨਾਲ ਗੱਲ ਕਰਦਾ ਹਾਂ ਕਿ ਇੱਕ ਤਾਂ ਉਹ ਭੁਲੇਖਾ ਨਿਕਲ ਜੂਗਾ ਜਿਹੜੇ ਲੋਕਾਂ ਦੇ ਅੰਦਰ ਵਹਿਮ ਫੈਲਾਇਆ ਜਾ ਰਿਹਾ ਹੈ ਕਿ ਲੋ ਜੀ ਜੇ ਐਮਐਸਪੀ ਦਾ ਕਾਨੂੰਨ ਬਣ ਗਿਆ ਤਾਂ ਬਾਹਰਲਾ ਖਰੀਦਣ ਲੱਗ ਪੈਣਗੇ, ਸਾਡਾ ਘਟ ਜੂ। ਇਹ ਤਾਂ ਗੱਲ ਮੁੱਕ ਗਈ ਨਾ ਕਿ ਫਿਰ ਪੰਜਾਬ ਦਾ ਵੀ ਖਰੀਦਿਆ ਜਾਣਾ, ਬਾਹਰਲਾ ਵੀ ਖਰੀਦਿਆ ਜਾਣਾ। ਦੂਸਰੀ ਗੱਲ ਹੈ ਕਿ ਜੇ ਬਾਕੀ ਫਸਲਾਂ ਦੇ ਉੱਤੇ ਆਉਂਦਾ, ਹੁਣ ਤੁਸੀਂ ਐਂ ਲਓ ਮੂੰਗੀ ਤੇ ਐਮਐਸਪੀ ਹੈ, ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਔਰ ਨਹੀਂ ਖਰੀਦੀ ਜਾ ਰਹੀ। ਸੂਰਜਮੁਖੀ ਤੇ ਐਮਐਸਪੀ ਹੈ, ਨਹੀਂ ਖਰੀਦੀ ਜਾ ਰਹੀ। ਹੋਰ ਫਸਲਾਂ ਦੇ ਉੱਤੇ ਮਤਲਬ ਜਿਵੇਂ ਮੱਕੇ ਦੇ ਉੱਤੇ ਮਤਲਬ ਐਮਐਸਪੀ 1840 ਰੁਪਏ ਹੈ, ਲੋਕਾਂ ਨੂੰ 600 ਰੁਪਏ ਮਤਲਬ ਵਿੱਚ ਸਿੱਟਣਾ ਪਿਆ ਵਿਚਾਰਿਆਂ ਨੂੰ। ਤਾਂ ਜੇ ਉਹਨਾਂ ਫਸਲਾਂ, ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਖਰੀਦਦਾਰੀ ਦੀ ਗਰੰਟੀ ਦਾ ਕਾਨੂੰਨ ਬਣ ਜੇ ਤਾਂ ਲੋਕ ਉਹਨਾਂ ਫਸਲਾਂ ਵੱਲ ਨੂੰ ਮਤਲਬ ਆਪਣੇ ਆਪ ਮਤਲਬ ਡਾਇਵਰਸੀਫਿਕੇਸ਼ਨ ਆਪਣੇ ਆਪ ਹੋ ਜਾਏਗੀ, ਲੋਕ ਉਧਰ ਮੁੜ ਜਾਣਗੇ। ਜਿਵੇਂ ਕਿਸੇ ਮਾਲ ਦੇ ਵਿੱਚ 80 ਰੁਪਏ ਦੀ ਜਾਂ 90 ਰੁਪਏ ਦੀ ਇੱਕ ਛੱਲੀ ਵਿਕਦੀ ਹੈ, ਉਹ ਆਪਣੀ ਮਰਜ਼ੀ ਨਾਲ ਰੇਟ ਤੈਅ ਕਰਦੇ ਨੇ, ਤਾਂ ਕੀ ਕਿਸਾਨਾਂ ਦੀਆਂ ਜਿਹੜੀਆਂ ਕੁਇੰਟਲ ਛੱਲੀਆਂ ਨੇ ਉਹ 600 ਦੀਆਂ ਖਰੀਦਦੇ ਨੇ, ਉਹ ਡਿਫਰੈਂਸ ਜਿਹੜਾ ਕਿਤੇ ਨਾ ਕਿਤੇ ਥੋੜਾ ਜਿਹਾ ਘੱਟ ਹੋ ਸਕਦਾ ਜੇ ਐਮਐਸਪੀ। ਦੇਖੋ, ਇੱਕ ਹੋਰ ਆ ਗੱਲ, ਮੈਂ ਤੁਹਾਡੀ ਐਮਐਸਪੀ ਦੇ ਨਾਲ ਤੁਹਾਡਾ ਕੁਐਸਚਨ ਨਹੀਂ ਕੀਤਾ ਤੁਸੀਂ, ਮੈਂ ਆਪਣੇ ਆਪੇ ਦਾ ਇਹਨੂੰ ਨਾਲ ਜੋੜਨਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਜੀ ਸਰਕਾਰ ਇੰਨਾ ਪੈਸਾ ਕਿੱਥੋਂ ਅਰੇਂਜ ਕਰੇਗੀ। ਇੱਕ ਬਹੁਤ ਵੱਡਾ ਭੁਲੇਖਾ ਹੈ। ਹੁਣ ਇਹ ਭਰਮ ਮੈਂ ਕੱਢਦਾ, ਬੜਾ ਸੌਖਾ। ਇੱਕ ਆਸ਼ੀਰਵਾਦ ਨਾਂ ਦਾ ਆਟਾ ਹੈ, ਬਾਜ਼ਾਰ 'ਚੋਂ 60 ਰੁਪਏ ਕਿਲੋ ਹੈ, ਸਾਡੀ ਕਣਕ 20 ਰੁਪਏ ਕਿਲੋ ਹੈ, 40 ਰੁਪਏ ਦਾ ਉਹਦੇ 'ਚ ਡਿਫਰੈਂਸ ਹੈ। ਉਹ ਕੌਣ ਕਮਾ ਰਿਹਾ ਜੀ? 1 ਕਿਲੋ ਦੇ ਉੱਤੇ 40 ਰੁਪਏ ਖਰਚਦਾ ਨਹੀਂ ਆ ਰਿਹਾ ਨਾ। ਕੀ ਕਰਨਾ ਹੈ? ਉਹਦਾ ਛਿੱਲ ਉਤਾਰਨਾ ਹੈ। ਉਹਦਾ ਛਿੱਲ ਜਿਹੜਾ ਉਤਰ ਗਿਆ, ਗਰੀ ਨਿਕਲੀ, ਉਹ ਗਰੀ ਪੀਸੀ ਜਾਣੀ ਹੈ, ਸਿਰਫ ਫਰਕ ਇੰਨਾ, ਇਹ ਤੋਂ ਬਾਅਦ ਹੋਰ ਕੁਝ ਨਹੀਂ ਗਾ। ਉਹ ਜਿਹੜਾ ਛਿੱਲ ਉਤਰਿਆ ਉਹ ਪਸ਼ੂਆਂ ਦੇ ਚੂਰੇ ਦੇ ਰੂਪ 'ਚ ਵਰਤਿਆ ਜਾਣਾ ਹੈ। ਪੈਸਾ ਉਹਦਾ ਵੀ ਵੱਟ ਲਿਆ, ਜੇ ਉਹਨੂੰ ਉਤਾਰਿਆ ਨਾ, ਪੈਸਾ ਵੱਟ ਲਿਆ ਉਹਨੂੰ ਸਗੋਂ ਦੁੱਗਣੇ ਤਿੱਗਣੇ ਰੁਪਏ ਬਣਾ ਕੇ ਵੱਟੇ ਨੇ, ਉਹ ਵੀ ਵੱਟਿਆ ਗਿਆ ਜੀ। ਗਿਰੀ ਦਾ ਪੈਸਾ ਵੀ ਮਤਲਬ 40 ਰੁਪਏ। ਮੈਂ ਹੋਰ ਐਡ ਕਰਨਾ ਚਾਹੂੰਗੀ, ਤੁਸੀਂ ਕਿਹਾ ਕਿ ਉਹ ਪਸ਼ੂਆਂ ਦੇ ਲਈ ਵਰਤਿਆ ਜਾਣਾ, ਬਿਲਕੁਲ ਇੱਕ ਪੁਆਇੰਟ ਹੋ ਗਿਆ। ਦੂਜਾ ਪੁਆਇੰਟ ਇਹ ਆ ਕਿ ਉਹਦੇ ਅੱਜ ਕੱਲ੍ਹ ਬਿਸਕੁਟ ਆਉਂਦੇ ਨੇ ਤੇ ਉਹ ਸਭ ਤੋਂ ਮਹਿੰਗੇ ਵਿਕਦੇ ਨੇ। ਹੁਣ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰਾ ਕੁਝ ਇਹ ਸਰਕਾਰ, ਹਾਲਾਂਕਿ ਡਾਕਟਰ ਸਵਾਮੀਨਾਥਨ ਨੇ ਆਪਦੀ ਰਿਪੋਰਟ 'ਚ ਕਿਹਾ ਹੈ ਕਿ ਤੁਸੀਂ ਐਗਰੋ ਬੇਸਡ ਇੰਡਸਟਰੀ ਖੇਤੀ ਦੇ ਨੇੜੇ ਤੇੜੇ ਲਾਓ, ਖੇਤਾਂ 'ਚ ਕਹਿਣ ਤੋਂ ਬਾਅਦ ਪਿੰਡਾਂ 'ਚ। ਇੱਕ ਤਾਂ ਉਹਦੇ ਨਾਲ 3 ਕੰਮ ਹੋਣਗੇ ਜੀ। ਕਿਸਾਨ ਨੂੰ ਫਸਲ ਦਾ ਰੇਟ ਵੱਧ ਮਿਲੇਗਾ, ਆ 20 ਰੁਪਏ ਦੀ ਬਜਾਏ ਸਾਡੀ ਕਣਕ ਆ ਜਿਹੜੀ ਉਹ 30 ਰੁਪਏ ਚਲੀ ਜਾਏਗੀ, ਆਪਣੇ ਆਪ ਚਲੀ ਜਾਏਗੀ। ਫਿਰ ਉਹ 1 ਕਿਲੋ ਦੇ ਉੱਤੇ
ਵੱਧ ਤੋਂ ਵੱਧ 5 ਰੁਪਏ 7 ਰੁਪਏ ਖਰਚਾ ਆਉਣਾ ਜੀ। ਅਗਰ 5 ਰੁਪਏ ਖਰਚਾ ਆ ਗਿਆ 30 ਰੁਪਏ ਵਾਲੀ ਦੇ ਉੱਤੇ, ਤਾਂ ਸਰਕਾਰ ਨੇ 40 ਰੁਪਏ ਵੀ ਅਗਰ ਵੇਚ ਦੇਵੇ ਤਾਂ 5 ਰੁਪਏ ਮੁਨਾਫਾ ਕਮਾ ਗਈ ਸਰਕਾਰ। ਔਰ 1 ਕਿਲੋ ਦੇ ਉੱਤੇ 5 ਰੁਪਏ ਸਰਕਾਰ ਨੂੰ ਮੁਨਾਫਾ ਆਉਂਦਾ ਹੈ, ਤਾਂ ਉਹ ਸਾਡਾ ਜਿਹੜਾ ਕੰਜ਼ੂਮਰ ਹੈ ਉਹਨੂੰ ਜਿਹੜੀ 60 ਰੁਪਏ ਮਿਲਦੀ ਸੀ 40 ਰੁਪਏ ਮਿਲ ਗਈ। ਤੁਸੀਂ ਬੜਾ ਸੋਹਣਾ ਗੱਲ ਕੀਤੀ ਕਿ ਸਰਕਾਰ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਹੈ ਤੇ ਉਹਦੇ ਨਾਲ ਨਾਲ ਲਘੂ ਉਦਯੋਗ ਵੀ ਲੋਕਾਂ ਨੂੰ ਜ਼ਰੂਰ ਸਥਾਪਿਤ ਕਰਨੇ ਚਾਹੀਦੇ ਨੇ। ਪਰ ਕਿਤੇ ਨਾ ਕਿਤੇ ਜਿਵੇਂ ਅੱਜ ਮਾਰਕਫੈਡ ਦੀ ਗੱਲ ਕਰਦੀਆਂ ਸਰਕਾਰੀ ਕੰਪਨੀਆਂ, ਮਾਰਕਫੈਡ ਦੇ ਵਿੱਚ ਤੇਲ ਵੀ ਆਉਂਦਾ ਹੈ, ਮਾਰਕਫੈਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਚਾਹ ਪੱਤੀ ਵੇਚਦੇ ਨੇ, ਹਲਦੀ ਵੇਚਦੇ ਨੇ, ਬਹੁਤ ਕੁਝ ਹੁੰਦਾ ਹੈ। ਪਰ ਅੱਜ ਕੱਲ ਜੇ ਅਸੀਂ ਪੰਜਾਬ ਦੀਆਂ ਸੁਸਾਇਟੀਆਂ ਬਣਾਈਆਂ ਸੀਗੀਆਂ ਜਿੱਥੋਂ ਇਹ ਦਿੱਤਾ ਜਾਂਦਾ ਸੀਗਾ, ਉੱਥੇ ਜਾ ਕੇ ਜੇ ਅਸੀਂ ਪਤਾ ਕਰਾਂਗੇ ਤਾਂ ਸਰਕਾਰੀ ਕੰਪਨੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਨੂੰ ਬੈਨੀਫਿਟ ਹੋਣਾ ਸੀਗਾ, ਜਿਨ੍ਹਾਂ ਦਾ ਬੈਨੀਫਿਟ ਅੱਗੇ ਜਿੱਥੇ ਕਿਤੇ ਟੈਕਸ ਸਾਡੇ ਜਮ੍ਹਾਂ ਹੁੰਦੇ ਨੇ ਤਾਂ ਉਹ ਪੈਸਾ ਸਰਕਾਰ ਲਾਉਂਦੀ ਹੈ ਦੇਸ਼ ਨੂੰ ਚਲਾਉਣ ਤੇ, ਜਿੱਥੇ ਇਹਨਾਂ ਮਾਰਕਫੈਡ ਵਰਗੀਆਂ ਕੰਪਨੀਆਂ ਦਾ ਜਿਹੜਾ ਪੈਸਾ ਸੀਗਾ ਉਹ ਸਰਕਾਰ ਦੀ ਇਨਕਮ ਬਣਨੀ ਸੀਗੀ ਤੇ ਸਰਕਾਰ ਨੇ ਅੱਗੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਨਾ ਸੀਗਾ। ਅੱਜ ਉਹ ਚੀਜ਼ਾਂ ਸਾਨੂੰ ਨਹੀਂ ਲੱਭਦੀਆਂ। ਅੱਜ ਸਾਨੂੰ ਅੰਬਾਨੀਆਂ ਅਡਾਨੀਆਂ ਦੇ ਤੇਲ ਦਿਖਦੇ ਨੇ। ਮਾਰਕਫੈਡ ਕਿੱਥੇ ਪਿੰਡਾਂ ਦੇ ਵਿੱਚ ਆਮ ਹੁੰਦਾ ਸੀਗਾ, ਸਾਡੇ ਬਜ਼ੁਰਗਾਂ ਦੇ ਵੇਲੇ, ਸਾਡੇ ਦਾਦਿਆਂ ਦੇ ਵੇਲੇ ਉਹ ਜਦੋਂ ਖੁੱਲ੍ਹਦੀਆਂ ਨੇ ਕੰਪਨੀਆਂ ਬਣਦੀਆਂ ਨੇ ਤਾਂ ਉਦੋਂ ਆਮ ਪਿੰਡਾਂ 'ਚ ਵਰਤਿਆ ਜਾਂਦਾ ਸੀ। ਉਹਦੀ ਕੁਆਲਿਟੀ ਬਹੁਤ ਸੋਹਣੀ ਹੁੰਦੀ ਸੀਗੀ। ਅੱਜ ਕੱਲ੍ਹ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਨਾ ਤਾਂ ਉਹਦੀ ਕੁਆਲਿਟੀ ਆ, ਰੇਟ ਉਹਨਾਂ ਦੇ ਬਿਲਕੁਲ ਹਾਈ ਆ। ਕਿਉਂ ਕੀ ਜ਼ਰੂਰਤ ਨਹੀਂ ਹੈ ਇਹਨਾਂ ਕੰਪਨੀਆਂ ਨੂੰ ਉੱਪਰ ਚੁੱਕਣ ਦੀ? ਹਾਂ, ਬੜਾ ਵੱਡਾ ਸਵਾਲ ਹੈ। ਤੁਸੀਂ ਦੇਖਿਆ ਨਾ ਜਦੋਂ ਮਾਰਕਫੈਡ ਆਈ ਹੈ ਜੀ, ਸਾਡੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਜੀ, ਸਾਡੇ ਐਗਰੀਕਲਚਰ ਦੇ ਪ੍ਰੋਡਕਟਾਂ ਦੇ ਉੱਤੇ ਮਤਲਬ ਚੀਜ਼ਾਂ ਬਣਨੀਆਂ ਸ਼ੁਰੂ ਹੋਈਆਂ, ਉਹਦਾ ਪੈਸਾ ਕਮਾਉਣਾ ਸ਼ੁਰੂ ਹੋਇਆ, ਮੁਨਾਫਾ ਹੋਇਆ ਨਾ। ਸਵਾਲ ਇਸ ਗੱਲ ਦਾ ਹੈ, ਅੱਜ ਅਸੀਂ ਭੁੱਲ ਗਏ ਹਾਂ ਉਹਨੂੰ ਨਹੀਂ, ਉਹਨੂੰ ਭੁਲਾਇਆ ਗਿਆ ਜੀ। ਕਾਰਪੋਰੇਟ ਦਾ ਮਤਲਬ ਬੋਰ ਬੁਲਾਰਾ ਵਧਾ ਕੇ, ਔਰ ਉਸ ਤੋਂ ਅੱਗੇ ਕੀ ਕੀਤਾ, ਜਿਹੜੇ ਸਾਡੇ ਅਫਸਰਸ਼ਾਹੀ ਸੀ ਉਹਨਾਂ ਨੇ ਕਾਰਪੋਰੇਟ ਲੋਕਾਂ ਨੇ ਆਪਦੀ ਜਿਹੜੀ ਅਫਸਰਸ਼ਾਹੀ ਨੂੰ ਮੋਲਡ ਕਰਕੇ ਉਹਨਾਂ ਦੇ ਰਾਹੀਂ ਉਹ ਸਾਡੇ ਪ੍ਰੋਡਕਟ ਸੀ ਜਿਹੜੇ ਉਹਨਾਂ ਦੇ ਵਿੱਚ ਗੜਬੜਾਂ ਕਰਵਾ ਕੇ ਉਹਨਾਂ ਦੇ ਰੇਟ ਵਧਵਾ ਕੇ, ਔਰ ਉਹ ਮੁਨਾਫਾ ਅਫਸਰਸ਼ਾਹੀ ਦੀ ਜੇਬ 'ਚ ਜਾਣਾ ਸ਼ੁਰੂ ਹੋਇਆ। ਜਿਹੜਾ ਜਾਣਾ ਸਾਡੇ ਖਪਤਕਾਰ ਕੋਲੇ ਚਾਹੀਦਾ ਸੀ, ਜਾਣਾ ਕਿਸਾਨ ਕੋਲੇ ਚਾਹੀਦਾ ਸੀ, ਜਾਣਾ ਸਰਕਾਰ ਕੋਲੇ ਚਾਹੀਦਾ ਸੀ, ਔਰ ਚਲਿਆ ਉਹਨਾਂ ਕੋਲੇ ਗਿਆ, ਜਿਹਦੇ ਕਰਕੇ ਉਹਨਾਂ ਨੂੰ ਜਾਣਬੁੱਝ ਕੇ ਕਾਰਪੋਰੇਟ ਲੋਕਾਂ ਨੇ ਇਹਨਾਂ ਨੂੰ ਫੇਲ ਕਰਵਾਉਣ ਵਾਸਤੇ ਉਹਨਾਂ ਦਾ ਹਮੇਸ਼ਾ ਜ਼ੋਰ ਹੁੰਦਾ ਹੈ। ਔਰ ਇਹਨੂੰ ਸੁਧਾਰਨ ਦੀ ਲੋੜ ਹੈ। ਇਹਨੂੰ ਸੁਧਾਰ ਕੇ ਪੂਰੇ ਦੇਸ਼ ਦੇ ਵਿੱਚ ਹੋਰ ਬਹੁਤ ਸਾਰੀ ਇੰਡਸਟਰੀ ਜੀ ਲਿਆਉਣ ਦੀ ਲੋੜ ਹੈ, ਜਿਹਦੇ ਨਾਲ ਸਾਡਾ ਯੂਥ ਬਾਹਰ ਨਾ ਜਾਵੇ, ਯੂਥ ਨੂੰ ਰੋਟੀ ਮਿਲੇ, ਯੂਥ ਨੂੰ ਰੁਜ਼ਗਾਰ ਮਿਲੇ। ਯਾਨੀ ਕਿ ਅਗਲੀ ਕਾਰਵਾਈ ਕਿਸਾਨਾਂ ਦੀ ਖਾਸ ਤੌਰ ਤੇ ਇਹਦੇ ਤੇ ਕੇਂਦਰਿਤ ਰਹੂਗੀ ਕਿ ਜੇ ਸਰਕਾਰ ਨੂੰ ਤੇ ਖਪਤਕਾਰ ਨੂੰ ਮੁਨਾਫਾ ਮਿਲਦਾ ਹੈ ਕਿ ਉਹ ਘੱਟ ਰੇਟ 'ਚ ਖਰੀਦੇ ਤੇ ਜਿਹੜਾ ਮੁਨਾਫਾ ਸਰਕਾਰ ਕੋਲ ਜਾਵੇ ਤਾਂ ਜੋ ਦੇਸ਼ ਦੀ ਤਰੱਕੀ ਹੋਵੇ, ਤਾਂ ਕਿਤੇ ਨਾ ਕਿਤੇ ਇਹ ਅਹਿਮ ਹੋ ਜਾਂਦਾ ਹੈ ਕਿਸਾਨਾਂ ਦੇ ਲਈ, ਇਹਦੇ ਲਈ ਵੀ ਗੱਲ ਕਰਨਾ। ਹਾਂ ਦੇਖੋ, ਡਾਕਟਰ ਸਵਾਮੀਨਾਥਨ ਨੇ ਆਪਣੀ ਰਿਪੋਰਟ 'ਚ ਕਹੀ ਹੈ ਜੀ ਗੱਲ, ਇਹਨੂੰ ਲਾਗੂ ਕਰਨ ਤੋਂ ਭੱਜਦੇ ਨੇ ਇਹ, ਕਿਉਂਕਿ ਅੱਜ ਸਰਕਾਰ ਦੇ ਉੱਤੇ ਕਾਰਪੋਰੇਟ ਲੋਕਾਂ ਦਾ ਦਬਦਬਾ ਹੈ। ਹੁਣ ਇਹਨਾਂ ਨੂੰ ਕੀ ਲੋੜ ਹੈ ਜੀ? ਸਰਕਾਰ ਦਾ ਖਜ਼ਾਨਾ ਭਰ ਗਿਆ, ਉਹ ਲੋਕਾਂ ਤੇ ਲਾਤਾ, ਆਹੀ ਹੈ ਨਾ ਗੱਲ। ਹੁਣ ਸਰਕਾਰ ਦੇ ਖਜ਼ਾਨੇ 'ਚੋਂ ਪੈਸੇ ਕੱਢ ਕੇ ਖਾਣੇ ਬੜੇ ਔਖੇ ਆ। ਅਗਰ ਉਹੀ ਪੈਸਾ ਸਿੱਧਾ ਕਾਰਪੋਰੇਟ ਕੋਲ ਹੋਵੇਗਾ, ਹਾਂ ਹੁਣ ਕਾਰਪੋਰੇਟ ਕੋਲ ਜਾਏਗਾ, ਜਦੋਂ ਕਾਰਪੋਰੇਟ ਲੋਕਾਂ ਕੋਲੋਂ ਪੈਸਾ ਚਲਿਆ ਗਿਆ, ਉਹੀ ਪੈਸਾ ਖਰਚ ਕੇ ਇਹਨਾਂ ਦੀ ਸਰਕਾਰ ਦੁਬਾਰਾ ਬਣਾਉਣਗੇ। ਇਹ ਫਿਰ ਉਹਨਾਂ ਦੇ ਹੱਕ ਦੇ ਵਿੱਚ ਕਾਨੂੰਨ ਬਣਾਉਣਗੇ। ਉਹ ਹੌਲੀ ਹੌਲੀ ਸਾਰਾ ਭਾਰਤ ਮੱਕੜੀ ਵਾਂਗੂ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਸਰਕਾਰਾਂ ਜਿਹੜੀਆਂ ਬਣਨੀਆਂ ਉਹ ਕਾਰਪੋਰੇਟਾਂ ਬਣਨੀਆਂ ਬਣ ਰਹੀਆਂ। ਸੋ ਬਿਲਕੁਲ ਜਿਹੜੀਆਂ ਕੰਪਨੀਆਂ ਸੀਗੀਆਂ ਸਰਕਾਰੀ, ਕਿਤੇ ਨਾ ਕਿਤੇ ਉਹ ਫੇਲ ਹੀ ਤਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਅੱਜ ਕੱਲ੍ਹ ਜੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮਾਰਕਫੈਡ ਵਰਗੀਆਂ ਕੰਪਨੀਆਂ ਦੀ ਕੋਈ ਚੀਜ਼ ਖਰੀਦਣ ਦੀ ਗੱਲ ਕਰੋਗੇ, ਜਿੱਥੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਹਰ ਪਿੰਡ ਦੇ ਵਿੱਚ ਤੁਹਾਨੂੰ ਇਹ ਸਮਾਨ ਜਿਹੜਾ ਸੀਗਾ ਮੁਹੱਈਆ ਕਰਵਾਇਆ ਜਾਂਦਾ ਸੀਗਾ, ਅੱਜ ਕੱਲ੍ਹ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ। ਸੋ ਇਹ ਬੜੀਆਂ ਅਹਿਮ ਗੱਲਾਂ ਹੋ ਜਾਂਦੀਆਂ ਨੇ ਕਿ ਇਸ ਪ੍ਰਕਾਰ ਹੌਲੀ ਹੌਲੀ ਇਹ ਸਭ ਚੀਜ਼ਾਂ ਪਿੰਡਾਂ ਦੇ ਵਿੱਚੋਂ ਖਤਮ ਕੀਤੀਆਂ ਗਈਆਂ ਤਾਂ ਜੋ ਕਾਰਪੋਰੇਟ ਨੂੰ बढ़ावा दिता जाए। कारपोरेट वधिया ते अज कारपोरेट ही कारपोरेट होई पई है। सरकार जिहड़ी है वो कारपोरेट की चुंगल च आ चुकी है ते जिन्ना भी पैसा सीगा जिहड़ा सरकार ने लगाउणा सीगा लोकां दे भले दे लई वो सरकार कोल पहुंचे ने, वो कारपोरेटां दे कोल ही रह गया। सो MSP की गल जिहड़ी आ वो भी किते ना किते होनी बहुत जरूरी है। तुसीं देख रहे हो KTV UK, कैमरा पर्सन गुरदयाल दे नाल कुलविंदर कौर।